प्राणी क्या मेरा क्या तेरा, जैसे तरवर पंख बसेरा, जैसे तरवर पंख बसेरा। प्राणी क्या तेरा क्या मेरा। ਸਭ ਤੋਂ ਪਹਿਲਾਂ ਬਾਬਾ ਜੀ, ਮਹਾਰਾਜ ਜੀ ਤੇ ਹੁਜੂਰ ਜੀ ਦੀ ਸਾਰੀ ਸੰਗਤ ਨੂੰ ਮੇਰੇ ਵੱਲੋਂ ਰਾਧਾ ਸੁਆਮੀ ਜੀ। ਇਹ ਜਿਹੜਾ ਸ਼ਬਦ ਹੈ ਇਹ ਗੁਰੂ ਰਵਿਦਾਸ ਜੀ ਦਾ ਸ਼ਬਦ ਹੈ। ਆਪ ਜੀ ਇਸ ਸ਼ਬਦ ਦੇ ਜ਼ਰੀਏ ਸਾਡੇ ਸਾਹਮਣੇ ਜਿਹੜੀ ਮਨੁੱਖ ਦੀ ਜਿਹੜੀ ਰਿਐਲਿਟੀ ਹੈ, ਜਿਹੜੀ ਵਾਸਤਵਿਕਤਾ ਹੈ, ਉਹਦਾ ਬੋਧ ਸਾਨੂੰ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਪ ਜੀ ਸੋਹਣੇ ਸ਼ਬਦ ਦੇ ਨਾਲ ਇਸ ਸੰਸਾਰ ਦਾ ਜਿਹੜਾ ਮੋਹ ਹੈ ਤੇ ਇਸ ਸੰਸਾਰ ਦੀ ਜਿਹੜੀ ਨਸ਼ਵਰਤਾ ਹੈ ਉਹ ਸਾਡੇ ਸਾਹਮਣੇ ਰੱਖ ਰਹੇ ਹਨ ਤੇ ਸਾਨੂੰ ਉਸ ਪਰਮਾਤਮਾ ਦੀ ਜਿਹੜੀ ਚਰਨ ਹੈ ਉਹਨਾਂ ਦੀ ਤਰਫ ਮੋੜ ਰਹੇ ਹਨ। ਦੇਖੋ, ਸੰਤਾ ਮਹਾਤਮਾ ਦਾ ਜਿਹੜਾ ਸਤਸੰਗ ਹੈ ਤੇ ਸੰਤਾ ਮਹਾਤਮਾ ਦਾ ਜਿਹੜੇ ਸ਼ਬਦ ਹੈ, ਬਾਣੀਆਂ ਹਨ, ਉਹ ਚੌਵਰਣੋਂ ਕੋ ਸਾਂਝਾ ਹੈ। ਬ੍ਰਾਹਮਣ, ਛਤਰੀਆ, ਵੈਸ਼ਯ, ਸ਼ੂਦਰ ਸਾਰਿਆਂ ਦੇ ਲਈ ਬਰਾਬਰ ਹੈ। ਸੰਤਾ ਮਹਾਤਮਾ ਦੀ ਬਾਣੀ ਕਿਸੇ ਇੱਕ ਕੌਮ, ਕਿਸੇ ਇੱਕ ਜਾਤ ਤੱਕ ਸੀਮਿਤ ਨਹੀਂ ਰਹਿ ਸਕਦੀ। ਉਹਨਾਂ ਦੀ ਜਿਹੜੀ ਬਾਣੀ ਹੈ ਉਹ ਸਾਰਿਆਂ ਦੀ ਸਾਂਝੀ ਹੈ। ਲੇਕਿਨ ਇਨਸਾਨ ਕਮਜ਼ੋਰ ਹੈ। ਇਨਸਾਨ ਆਪਣੀ ਸੋਚ ਦੇ ਵਿੱਚ ਆ ਕੇ ਇਹਨਾਂ ਦੀ ਬਾਣੀਆਂ ਨੂੰ ਵੀ ਬਾਂਟ ਕੇ ਬੈਠ ਜਾਂਦਾ ਹੈ। ਦੇਖੋ, ਇਨਸਾਨ ਨੇ ਪਹਿਲੇ ਇਸ ਧਰਤੀ ਨੂੰ ਬਾਂਟਾ, ਆਪਾਂ ਕੌਂਟੀਨੈਂਟ ਬਣਾ ਕੇ ਬਹਿ ਗਏ, ਫਿਰ ਆਪਾਂ ਨੇ ਦੇਸ਼ ਬਾਂਟ ਲਿੱਤੇ, ਫਿਰ ਆਪਾਂ ਨੇ ਆਪਣੀ ਬਾਉਂਡਰੀ ਸੈੱਟ ਕਰ ਲਿੱਤੀ, ਫਿਰ ਆਪਾਂ ਨੇ ਆਪਣੇ ਪ੍ਰਦੇਸ਼ ਬਾਂਟ ਲਿੱਤੇ, ਫਿਰ ਆਪਾਂ ਨੇ ਆਪਣੀ ਧਰਮ ਬਾਂਟ ਲਿੱਤੇ, ਫਿਰ ਆਪਾਂ ਨੇ ਆਪਣੀ ਜਾਤ ਬਾਂਟ ਲਿੱਤੀ ਤੇ ਆਖਰੀ ਦੇ ਵਿੱਚ ਆ ਕੇ ਆਪਾਂ ਉਸ ਪਰਮਾਤਮਾ ਨੂੰ ਵੀ ਬਾਂਟ ਕੇ ਬੈਠ ਗਏ। ਆਪਾਂ ਨੇ ਤਾਂ ਸੰਤਾ ਮਹਾਤਮਾ ਤੱਕ ਨੂੰ ਵੀ ਬਾਂਟ ਦਿੱਤਾ। ਆਪਾਂ ਨੇ ਹਰ ਇੱਕ ਸੰਤ ਨੂੰ ਉਹਦੀ ਗਿਆਨ ਜਾਂ ਉਹਦੇ ਧਿਆਨ ਦੇ ਜ਼ਰੀਏ ਯਾਦ ਨਹੀਂ ਕੀਤਾ। ਆਪਾਂ ਨੇ ਤਾਂ ਉਹਨਾਂ ਦੇ ਮਜ਼ਹਬ ਤੇ ਉਹਨਾਂ ਦੀ ਜਿਹੜੀ ਜਾਤ ਹੈ ਉਹਨਾਂ ਨੂੰ ਲੈ ਕੇ ਆਪਾਂ ਬੈਠ ਗਏ। ਕੀ ਕਿਸੇ ਸੰਤ ਦੀ ਕੋਈ ਇੱਕ ਜਾਤ ਹੋ ਸਕਦੀ ਹੈ? ਕੀ ਕੋਈ ਇੱਕ ਧਰਮ ਹੋ ਸਕਦਾ ਹੈ? ਨਹੀਂ ਹੋ ਸਕਦਾ। ਆਪਾਂ ਕਹਿ ਦਿੰਦੇ ਆ ਕਿ ਕੋਈ ਗੁਰੂ ਕਿਸੇ ਸੰਸਥਾ ਦਾ ਹੈ, ਕਿਸੇ ਪਾਰਟਿਕੂਲਰ ਕੌਮ ਦਾ ਹੈ। ਭਾਈ, ਨਹੀਂ ਹੋ ਸਕਦਾ। ਸੰਤ ਮਹਾਤਮਾ ਇਹਨਾਂ ਚੀਜ਼ਾਂ ਤੋਂ ਉੱਤੇ ਹਨ। ਲੇਕਿਨ ਇਨਸਾਨ ਆਪਣੀ ਇਸ ਚੀਜ਼ ਨੂੰ ਬੜੇ ਗਰਵ ਦੇ ਨਾਲ ਲੈ ਕੇ ਚੱਲਦਾ ਹੈ। ਅੱਜ ਇਸ ਬਾਣੀ ਦੇ ਜ਼ਰੀਏ ਸਾਨੂੰ ਉਹ ਜਿਹੜਾ ਤੇਰਾ ਮੇਰਾ ਦਾ ਜਿਹੜਾ ਸਫ਼ਰ ਹੈ ਇਨਸਾਨ ਜਿਹੜਾ ਕਰਦਾ ਰਹਿੰਦਾ ਹੈ, ਉਸ ਦੀ ਅਸਲੀਅਤ ਸਾਡੇ ਸਾਹਮਣੇ ਰੱਖ ਰਹੇ ਹਨ। ਅੱਜ ਆਪਾਂ ਗੁਰੂ ਰਵਿਦਾਸ ਜੀ ਦੀ ਜਯੰਤੀ ਮਨਾਉਣ ਜਾ ਰਹੇ ਹਾਂ। ਠੀਕ ਹੈ, ਆਪਾਂ ਕਿਸੇ ਗੁਰੂ ਨੂੰ ਯਾਦ ਕਰਦੇ ਹਾਂ, ਬੜੀ ਚੰਗੀ ਗੱਲ ਹੈ। ਲੇਕਿਨ ਜਯੰਤੀ ਦਾ ਮਤਲਬ ਕੀ ਹੁੰਦਾ ਹੈ? ਕਿ ਸਿਰਫ ਉਹਨਾਂ ਦੀ ਫੋਟੋ ਲਾ ਕੇ ਉਹਨਾਂ ਦਾ ਸਿਰਫ ਆਪਾਂ ਨੇ ਇੱਕ ਸਮਾਰੋਹ ਬਣਾ ਕੇ ਰੱਖ ਦੇਣਾ ਹੈ? ਭਾਈ ਨਹੀਂ। ਉਹਨਾਂ ਦੀ ਜਿਹੜੀ ਬਾਣੀ ਹੈ ਉਹਨਾਂ ਨੂੰ ਲੈ ਕੇ ਚੱਲਣਾ ਹੈ, ਉਹ ਸੱਚੀ ਜਯੰਤੀ ਹੋਵੇਗੀ। ਹੁਣ ਬਾਣੀ ਦੀ ਸ਼ੁਰੂਆਤ ਕਰ ਰਹੇ ਹਨ। ਪ੍ਰਾਣੀ ਕਿਆ ਤੇਰਾ ਕਿਆ ਮੇਰਾ, ਜੈਸੇ ਤਰਵਰ ਪੰਖ ਬਸੇਰਾ। ਆਪ ਸ਼ੁਰੂਆਤ ਕਰ ਰਹੇ ਹਨ ਕਿ ਪੂਰੀ ਜ਼ਿੰਦਗੀ ਇਨਸਾਨ ਤੇਰਾ ਔਰ ਮੇਰੇ ਦੀ ਜਿਹੜੀ ਲੜਾਈ ਹੈ ਉਹਦੇ ਵਿੱਚ ਲਗਾ ਰਹਿੰਦਾ ਹੈ। ਇਹ ਮੇਰਾ ਮਕਾਨ ਹੈ, ਇਹ ਮੇਰੀ ਜ਼ਮੀਨ ਹੈ, ਇਹ ਮੇਰੇ ਰਿਸ਼ਤੇ ਨਾਤੇ ਹਨ, ਇਹ ਮੇਰਾ ਘਰ ਹੈ, ਇਹ ਮੇਰੀ ਪ੍ਰਾਪਰਟੀ ਹੈ, ਇਹ ਮੇਰੀ ਕੌਮ ਹੈ, ਇਹ ਮੇਰੀ ਜ਼ਾਤ ਹੈ, ਇਹ ਮੇਰਾ ਦੇਸ਼ ਹੈ, ਇਹ ਮੇਰਾ ਹੈ। ਭਾਈ, ਮੇਰਾ ਤੇਰਾ ਕੁਝ ਨਹੀਂ, ਜੋ ਕੁਝ ਹੈ ਉਸ ਮਾਲਿਕ ਦਾ ਹੈ। ਸਾਡੇ ਸਾਹਮਣੇ ਗੁਰੂ ਸਾਹਿਬ ਇੱਕ ਸੁੰਦਰ ਉਦਾਹਰਣ ਰੱਖ ਰਹੇ ਹਨ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਤਰਵਰ ਕਹਿੰਦੇ ਆ ਵਰਕਸ਼ ਨੂੰ, ਦਰਖਤ ਨੂੰ। ਪੰਖੀ ਕਹਿੰਦੇ ਆ ਪਕਸ਼ੀ ਨੂੰ। ਕਿ ਦੇਖੋ, ਜਿਵੇਂ ਆਪਾਂ ਜੰਗਲ ਦੇ ਵਿੱਚ ਵੇਖਦੇ ਆ, ਜੰਗਲ ਦੇ ਵਿੱਚ ਕੋਈ ਵੱਡਾ ਪੇੜ ਹੋਵੇ, ਉਹਦੀ ਜਿਹੜੀ ਸ਼ਾਖਾ ਹੈ ਉਹ ਫੈਲੀਆਂ ਰਹਿੰਦੀਆਂ ਹਨ, ਬੜੇ ਪੱਤੇ ਉਹਦੇ ਉੱਤੇ ਹੁੰਦੇ ਹਨ ਤੇ ਹਜ਼ਾਰਾਂ ਪੰਛੀ ਇੱਥੇ ਆ ਕੇ ਬੈਠ ਜਾਂਦੇ ਹਨ। ਆਪਾਂ ਦੇਖਦੇ ਹਾਂ ਕਿੰਨਾ ਪੇੜ ਭਰਾ ਰਹਿੰਦਾ ਹੈ, ਕਈ ਹਜ਼ਾਰਾਂ ਪੰਛੀ ਉਹਦੇ ਵਿੱਚ ਬੈਠੇ ਰਹਿੰਦੇ ਹਨ।
ਉਹ ਦਿਨ ਦੇ ਵਿੱਚ ਆ ਜਾਂਦੇ ਨੇ, ਲੇਕਿਨ ਰਾਤ ਜਦ ਹੁੰਦਾ ਹੈ ਤਾਂ ਉਹ ਉੱਥੇ ਤੋਂ ਉਡਣਾ ਸ਼ੁਰੂ ਕਰ ਦਿੰਦੇ ਹਨ ਤੇ ਪੇੜ ਜਿਹੜਾ ਹੈ ਉਹ ਕੱਲਾ ਰਹਿ ਜਾਂਦਾ ਹੈ। ਦਿਨ ਦੇ ਵਿੱਚ ਤਾਂ ਉਹ ਕਲਰਵ ਕਰਦੇ ਨੇ, ਉੱਥੇ ਚਹਿਚਾਟ ਕਰਦੇ ਨੇ, ਆਪਣਾ ਬਸੇਰਾ ਬਣਾਉਂਦੇ ਨੇ, ਲੇਕਿਨ ਜਿਵੇਂ ਹੀ ਰਾਤ ਹੁੰਦੀ ਹੈ ਉਹ ਉੱਥੇ ਤੋਂ ਉੜ ਕੇ ਚਲੇ ਜਾਂਦੇ ਹਨ, ਕੋਈ ਕਿਸੇ ਦਿਸ਼ਾ ਦੇ ਵਿੱਚ, ਕੋਈ ਕਿਸੇ ਦਿਸ਼ਾ ਦੇ ਵਿੱਚ। ਤੇ ਜਿਹੜਾ ਪੇੜ ਹੈ ਉਹ ਕਿੰਨੀ ਵੀ ਕੋਸ਼ਿਸ਼ ਕਰ ਲੇ ਉਹਨਾਂ ਪੰਖੀਆਂ ਨੂੰ ਰੋਕਣ ਦੀ, ਨਹੀਂ ਰੋਕ ਸਕਦਾ। ਆਖਰੀ ਦੇ ਵਿੱਚ ਉਹ ਜਿਹੜਾ ਪੇੜ ਹੈ ਉਹ ਕੱਲਾ ਰਹਿ ਜਾਂਦਾ ਹੈ। ਉਸ ਚੀਜ਼ ਨੂੰ ਹੀ ਸਾਨੂੰ ਸਮਝਾ ਰਹੇ ਹਨ ਕਿ ਇਹ ਜਿਹੜਾ ਸੰਸਾਰ ਹੈ ਇਹ ਭਾਈ ਉਹ ਪੇੜ ਦੇ ਵਰਗਾ ਹੈ, ਜਿੱਥੇ ਆਪਾਂ ਸਾਰੇ ਉਹ ਪੰਛੀ ਹਨ। ਆਪਾਂ ਇੱਥੇ ਸਿਰਫ ਕੁਝ ਪਾਰਟਿਕੂਲਰ ਸਿਚੁਏਸ਼ਨ ਤੇ ਕੰਡੀਸ਼ਨ ਵਾਸਤੇ ਇੱਥੇ ਆਏ ਹਨ, ਆਪਣੇ ਕਰਮਾਂ ਨੂੰ ਕਰਕੇ ਇੱਥੇ ਆਏ ਹਨ। ਜਿਵੇਂ ਰਾਤ ਹੁੰਦੇ ਹੀ ਪੰਛੀ ਪੇੜ ਤੋਂ ਉੱਡ ਜਾਂਦਾ ਹੈ, ਪੰਛੀ ਕੱਲਾ ਰਹਿ ਜਾਂਦਾ ਹੈ, ਉਸ ਤਰੀਕੇ ਦੇ ਨਾਲ ਹੀ ਇਹ ਜਿਹੜਾ ਸੰਸਾਰ ਹੈ ਇਹ ਭਾਈ ਕੱਲਾ ਰਹਿ ਜਾਂਦਾ ਹੈ। ਆਪਾਂ ਪੰਛੀ ਜਿਹੜੇ ਹਨ ਉਹ ਇੱਥੇ ਤੋਂ ਉੱਡ ਜਾਂਦੇ ਹਨ। ਆਪਾਂ ਇਸ ਦਾ ਇੱਕ ਹੋਰ ਉਦਾਹਰਣ ਲੈ ਸਕਦੇ ਹਨ। ਆਪਾਂ ਪੇੜ ਨੂੰ ਸਰੀਰ ਸਮਝ ਸਕਦੇ ਹਨ ਤੇ ਪੰਛੀ ਆਤਮਾ ਨੂੰ ਸਮਝ ਸਕਦੇ ਹਨ। ਜਦ ਪੰਛੀ ਉੱਡ ਜਾਂਦਾ ਹੈ ਤਾਂ ਫਿਰ ਪੇੜ ਕੱਲਾ ਰਹਿ ਜਾਂਦਾ ਹੈ। ਉਸ ਤਰੀਕੇ ਦੇ ਨਾਲ ਜਦ ਆਤਮਾ ਚਲੀ ਜਾਂਦੀ ਹੈ ਤਾਂ ਇਹ ਸਰੀਰ ਕੱਲਾ ਰਹਿ ਜਾਂਦਾ ਹੈ। ਤਾਂ ਭਾਈ ਆਪਾਂ ਤਾਂ ਇੱਥੇ ਮੁਸਾਫਿਰ ਹਨ, ਆਪਾਂ ਸਾਰੇ ਮੁਸਾਫਿਰ ਹਨ। ਵੀ all are travelers here, nothing else। ਇਹ ਜਿਹੜਾ ਸੰਸਾਰ ਹੈ ਵਰਕਸ਼ ਦੀ ਭਾਂਤੀ ਹੈ ਤੇ ਸਾਨੂੰ ਇਸ ਚੀਜ਼ ਦੇ ਵਿੱਚ, ਇਹ ਜਿਹੜਾ ਤੇਰਾ ਮੇਰੇ ਦੀ ਜਿਹੜੀ ਲੜਾਈ ਦੇ ਵਿੱਚ ਆਪਾਂ ਲੱਗੇ ਹੋਏ ਹਨ, ਫਿਰ ਭਾਈ ਕਿਸ ਚੀਜ਼ ਦਾ ਆਪਾਂ ਨੇ ਕਮੈਂਟ ਕਰਨਾ ਹੈ ਜਦ ਆਪਾਂ ਨੇ ਇੱਥੇ ਤੋਂ ਜਾਣਾ ਹੀ ਜਾਣਾ ਹੈ। ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਭਾਈ ਇਹ ਜਿਹੜਾ ਕਮੰਡ ਹੈ, ਇਹ ਜਿਹੜੀ ਚੀਜ਼ਾਂ ਹਨ, ਇਹ ਭਾਈ ਤਰੀ ਕੀ ਤਰੀ ਰਹਿ ਜਾਵੇਗੀ। ਕਿਸ ਚੀਜ਼ ਦਾ ਕਮੰਡ ਕਰਨਾ ਜਿਹੜੀ ਚੀਜ਼ ਸਾਨੂੰ ਇੱਕ ਦਿਨ ਛੱਡ ਕੇ ਜਾਣੀ ਹੈ। ਕੋਈ ਸੋਚੇ ਤੁਹਾਨੂੰ ਮੈਂ ਕੋਈ ਚੀਜ਼ ਦਊਂ, ਤੁਹਾਨੂੰ ਲੱਗੇ ਕਿ 1 ਘੰਟੇ ਬਾਅਦ ਮੈਂ ਤੁਹਾਡੇ ਤੋਂ ਇਹ ਚੀਜ਼ ਵਾਪਸ ਲੈ ਲੂੰਗਾ, ਤੇ ਕੀ ਤੁਹਾਨੂੰ ਉਸ ਚੀਜ਼ ਦੀ ਖੁਸ਼ੀ ਹੋਵੇਗੀ? ਨਹੀਂ ਹੋ ਸਕਦੀ, ਕਿਉਂਕਿ ਤੁਸੀਂ ਜਾਣਦੇ ਹੋ ਕਿ ਭਾਈ ਇਹ ਕਿਸੇ ਹੋਰ ਦੀ ਚੀਜ਼ ਹੈ। ਆਪਾਂ ਯਾਰੀ ਦੋਸਤੀ ਦੇ ਵਿੱਚ ਕਿਸੇ ਨੂੰ ਆਪਣੀ ਗੱਡੀ ਦੇ ਦਿੰਦੇ ਆ, ਉਹ ਲੈ ਕੇ ਚਲਾ ਜਾਂਦਾ ਹੈ, ਲੇਕਿਨ ਜੇ ਉਹ ਖੁਸ਼ ਹੋਣਾ ਸ਼ੁਰੂ ਕਰਦੇ ਕਿ ਮੇਰੇ ਕੋਲ ਤਾਂ ਗੱਡੀ ਆ ਗਈ, ਹੁਣ ਇਹ ਮੇਰੀ ਗੱਡੀ ਹੈ, ਤਾਂ ਕੀ ਆਪਾਂ ਉਹਨਾਂ ਨੂੰ ਸਿਆਣਾ ਕਵਾਂਗੇ? ਆਪਾਂ ਕਹਾਂਗੇ ਨਹੀਂ ਭਾਈ ਇਹ ਗੱਡੀ ਕਿਸੇ ਹੋਰ ਦੀ ਹੈ, ਸ਼ਾਮ ਨੂੰ ਜਾ ਕੇ ਚਾਬੀ ਤੇ ਗੱਡੀ ਤੂੰ ਵਾਪਸ ਲੌਟਾ ਦੇਣੀ ਹੈ। ਤਾਂ ਇਨਸਾਨ ਸਮਝ ਜਾਂਦਾ ਹੈ ਕਿ ਇਹ ਮੇਰੀ ਨਹੀਂ ਹੈ, ਲੇਕਿਨ ਇਨਸਾਨ ਅੱਜ ਦੇ ਵਿੱਚ ਤੇਰਾ ਮੇਰੇ ਦੇ ਵਿੱਚ ਲਗਾਇਆ ਹੋਇਆ ਹੈ। ਜਿੰਨੀ ਲੜਾਈ, ਜਿੰਨੇ ਝਗੜੇ ਜਾਤ ਪਾਤ ਧਰਮ ਤੇਰਾ ਮੇਰਾ ਨੂੰ ਲੈ ਕੇ ਇਸ ਧਰਤੀ ਦੇ ਵਿੱਚ ਹੁੰਦੇ ਹਨ, ਹੋਰ ਕਿਸੇ ਚੀਜ਼ ਦੇ ਵਿੱਚ ਨਹੀਂ ਹੁੰਦੇ। ਇੱਕ ਦੇਸ਼ ਦੂਸਰੇ ਦੇਸ਼ ਦੇ ਉੱਤੇ ਹਮਲਾ ਕਰ ਦਿੰਦਾ ਹੈ, ਇੱਕ ਕੌਮ ਦੂਸਰੀ ਕੌਮ ਦੇ ਉੱਤੇ ਹਮਲਾ ਕਰ ਦਿੰਦੀ ਹੈ, ਕੋਈ ਕਿਸੇ ਨੂੰ ਆਪਣਾ ਨਹੀਂ ਮੰਨਦਾ, ਕੋਈ ਸਾਰਿਆਂ ਨੂੰ ਦੀਵਾਰ ਕੱਢ ਕੇ ਬਹਿ ਗਿਆ ਹੈ। ਤੇ ਕੀ ਤੇਰਾ ਕੀ ਮੇਰਾ? ਭਾਈ ਸਾਰਿਆਂ ਨੇ ਇੱਕ ਦਿਨ ਚਲੇ ਜਾਣਾ ਹੈ, ਕੋਈ ਚੀਜ਼ ਇੱਥੇ ਨਹੀਂ ਰਹਿ ਜਾਵੇਗੀ। ਉਹੀ ਸਾਨੂੰ ਸਮਝਾ ਰਹੇ ਹਨ। 1 ਮਿੰਟ ਦੇ ਵਿੱਚ ਪੰਛੀ ਉੱਡ ਜਾਂਦਾ ਹੈ, ਸਾਡੀ ਕੀ ਹਸਤੀ ਹੈ। ਹੁਣ ਅਗਲੀ ਕੜੀ ਦੇ ਵੀ ਸਾਨੂੰ ਕੀ ਸਮਝਾ ਰਹੇ ਹਨ, ਧਿਆਨ ਦੇ ਨਾਲ ਸੁਣੋ ਜੀ। जल की भीति पवन का थंबा, रक्त बूंद की गारा, हाड़ मांस नाड़ी को पिंजरूं, पंखी बसे बिचारा, प्राणी क्या तेरा क्या मेरा। ਆਪਾਂ ਸੋਚਦੇ ਹਾਂ ਕਿ ਜਿਹੜਾ ਸਾਡਾ ਸਰੀਰ ਹੈ ਉਹ ਬਹੁਤ ਠੋਸ ਹੈ, ਬਾਹਰ ਤੋਂ ਬਹੁਤ ਠੋਸ ਦਿਖਾਈ ਦਿੰਦਾ ਹੈ, ਮਸਕੂਲਰ ਦਿਖਾਈ ਦਿੰਦਾ ਹੈ, ਲੇਕਿਨ ਭਾਈ ਆਪਾਂ ਸਮਝਾ ਰਹੇ ਹਨ ਕਿ ਇਹ ਜਲ ਕੀ ਭਾਤੀ ਕੀ ਤਰ੍ਹਾਂ ਹੈ। ਜਲ ਕੀ ਭਾਤੀ ਕਿਹਨੂੰ ਕਹਿੰਦੇ ਆ? ਕਿ ਇਹ ਜਿਹੜਾ ਅਸਲ ਹੈ ਇਹ ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਕੱਚਾ ਹੈ। ਆਪਾਂ ਸਾਇੰਟਿਫਿਕ ਪਰਸਪੈਕਟਿਵ ਤੋਂ ਵੀ ਵੇਖੀਏ ਤਾਂ ਇਹ 75% ਵਾਟਰ ਤੋਂ ਬਣਿਆ ਹੋਇਆ ਹੈ, ਅੰਦਰ ਇਹਦੇ ਬੁਲਬੁਲੇ ਬਣ ਰਹੇ ਹਨ, ਇਹ ਪਾਣੀ ਦੀ ਤਰ੍ਹਾਂ ਕੱਚਾ ਹੈ। ਅੱਗੇ ਸਮਝਾ ਰਹੇ ਹਨ ਪਵਨ ਕਾ ਥੰਬਾ, ਕਿ ਇਹ ਪੂਰਾ ਜੋ ਢਾਂਚਾ ਹੈ ਸਿਰਫ सांस ਹਵਾ ਦੇ ਇੱਕ ਖੰਭੇ ਦੇ ਉੱਤੇ ਟਿਕਾ ਹੋਇਆ ਹੈ। ਜਿਸ ਪਲ ਇਹ ਹਵਾ ਰੁਕ ਜਾਵੇਗੀ ਇਹ ਇਮਾਰਤ ਡਹਿ ਜਾਵੇਗੀ। ਫਿਰ ਕਹਿ ਰਹੇ ਹਨ ਰਕਤ ਬੂੰਦ ਕਾ ਗਾਰਾ, ਕਿ ਜਿਵੇਂ ਇੱਟਾਂ ਨੂੰ ਜੋੜ ਕੇ ਆਪਾਂ ਗਾਰੇ ਦੇ ਵਿੱਚ ਸੀਮੈਂਟ ਮੋਰਟਾਰ ਜਿਹੜਾ ਹੁੰਦਾ ਹੈ ਉਹਦਾ ਪ੍ਰਯੋਗ ਕਰਕੇ
ਈਟਾਂ ਨੂੰ ਬਣਾਉਂਦੇ ਹਨ, ਈਟਾਂ ਨੂੰ ਸੈੱਟ ਕਰਦੇ ਹਨ, ਉਸੇ ਤਰੀਕੇ ਦੇ ਨਾਲ ਇਹ ਜਿਹੜਾ ਸਾਡਾ ਸਰੀਰ ਹੈ ਇਹ ਭਾਈ ਰਕਤ ਦੀ ਬੂੰਦਾਂ ਨੂੰ ਜੋੜ ਕੇ ਰੱਖਿਆ ਹੋਇਆ ਹੈ। ਰਕਤ ਦੀ ਜਿਹੜੀ ਬੂੰਦ ਹਨ ਉਹ ਸੀਮੈਂਟ ਦਾ ਕਾਂ ਕਰ ਰਹੀ ਹਨ। ਅੱਗੇ ਸਮਝਾ ਰਹੇ ਹਨ, ਹਾਰਡ ਮਾਸ ਨਾੜੀ ਕੋ ਪਿੰਜਰੋ। ਇਹ ਜਿਹੜਾ ਸਰੀਰ ਹੈ ਇਹ ਹੋਰ ਕੁਝ ਨਹੀਂ ਹੈ, ਇਹ ਬਲਕਿ ਹੱਡੀਆਂ, ਮਾਸ ਔਰ ਨਸਾਂ ਦਾ ਪਿੰਜਰਾ ਹੈ। ਇਹਦੇ ਵਿੱਚ ਹੱਡੀਆਂ ਹਨ, ਮਾਸ ਹਨ, ਨਰਵਸ ਹਨ, ਨਸੇ ਜਿਨ੍ਹਾਂ ਨੂੰ ਕਹਿੰਦੇ ਹਨ, ਉਹਦਾ ਪਿੰਜਰਾ ਹੈ। ਫਿਰ ਕਹਿ ਰਹੇ ਹਨ, ਪੰਖੀ ਬਸੇ ਵਿਚਾਰਾ, ਕਿ ਇਸ ਪੰਜਰੇ ਦੇ ਅੰਦਰ ਇੱਕ ਪੰਛੀ ਰਹਿੰਦਾ ਹੈ। ਉਹ ਪੰਛੀ ਕੌਣ ਹੈ? ਉਹ ਪੰਛੀ ਆਤਮਾ ਹੈ। ਆਤਮਾ ਇਹਦੇ ਵਿੱਚ ਬੈਠੀ ਹੋਈ ਹੈ। ਆਪਨੇ ਪੂਰਾ ਜਿਹੜਾ ਪੋਸਟਮਾਰਟਮ ਹੈ ਉਹ ਸਰੀਰ ਦਾ ਕਰ ਦਿੱਤਾ ਕਿ ਇਹ ਜਲਦੀ ਭਾਂਤੀ ਦੀ ਤਰ੍ਹਾਂ ਹੈ, ਪਾਣੀ ਦਾ ਬੁਲਬੁਲੇ ਦੀ ਤਰ੍ਹਾਂ ਹੈ, ਪਵਨ ਕਾ ਥੰਬਾ ਹੈ, ਇਹਦੇ ਵਿੱਚ सांस ਭਰੀ ਹੋਈ ਹੈ, ਰਕਤ ਬੂੰਦ ਕੀ ਗਾਰਾ ਹੈ, ਅੰਦਰ ਰਕਤ ਹੈ, ਉਹਦੀ ਕਰਕੇ ਸਾਰਾ ਕੁਝ ਚੱਲ ਰਿਹਾ ਹੈ। ਹਾਰਡ ਮਾਸ ਨਾੜੀ ਕਾ ਪਿੰਜਰਾ, ਇੱਕ ਪਿੰਜਰਾ ਹੈ ਜਿਹਦੇ ਵਿੱਚ ਪੂਰਾ ਜਿਹੜਾ ਨਾੜੀਆਂ ਨੇ ਪੂਰਾ ਸਰੀਰ ਨੂੰ ਘੇਰਿਆ ਹੋਇਆ ਹੈ। ਤੇ ਪੰਖੀ ਬਚੇ ਵਿਚਾਰਾ, ਕਿ ਇਹਦੇ ਵਿੱਚ ਇੱਕ ਪੰਛੀ ਹੈ ਜਿਹੜਾ ਰਹਿੰਦਾ ਹੈ, ਉਹ ਕੌਣ ਹੈ? ਉਹ ਆਤਮਾ ਹੈ। ਤਾਂ ਸਾਡੇ ਸਾਹਮਣੇ ਉਹ ਜਿਹੜੀ ਸੱਚਾਈ ਹੈ ਇਸ ਸਰੀਰ ਦੀ, ਉਹ ਸਾਡੇ ਸਾਹਮਣੇ ਰੱਖ ਰਹੇ ਹਨ ਕਿ ਦੇਖੋ, ਜਿਸ ਸਰੀਰ ਦੇ ਉੱਤੇ ਆਪਾਂ ਇੰਨਾ ਮਾਣ ਕਰਦੇ ਹਾਂ, ਜੇ ਉਹ ਸਾਡੇ ਸਾਹਮਣੇ ਖੋਲ ਦਿੱਤਾ ਜਾਵੇ, ਉਹਨਾਂ ਦੀ ਸਰਜਰੀ ਸਾਡੇ ਸਾਹਮਣੇ ਕਰ ਦਿੱਤੀ ਜਾਵੇ, ਤਾਂ ਸਾਨੂੰ ਆਪਣੇ ਸਰੀਰ ਤੋਂ ਹੀ ਘਰਨਾ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਜਿਹੜਾ ਸਰੀਰ ਹੈ ਇਹ ਕੋਈ ਸਵਰਗ ਨਹੀਂ ਹੈ, ਇਹ ਭਾਈ ਹਾਰਡ ਔਰ ਮਾਸ ਦਾ ਪੁਤਲਾ ਹੈ। ਇਹਦੇ ਵਿੱਚ ਗੰਦਗੀ ਭਰੀ ਹੋਈ ਹੈ, ਲੇਕਿਨ ਮਾਲਕ ਨੇ ਇਹਦੇ ਵਿੱਚ ਉਹ ਜੋਤ ਵੀ ਰੱਖੀ ਹੈ। ਜਿੱਥੇ ਚੰਗਾ, ਜਿੱਥੇ ਮਾੜਾ ਹੁੰਦਾ ਹੈ ਉੱਥੇ ਚੰਗਾ ਵੀ ਹੁੰਦਾ ਹੈ। ਉਹ ਚੰਗਾ ਕੀ ਹੈ? ਉਹ ਜੋਤ ਹੈ। ਉਹ ਜੋਤ ਕੌਣ ਹੈ? ਉਹ ਆਤਮਾ ਹੈ ਤੇ ਉਹ ਪਰਮਾਤਮਾ ਦੀ ਜੋਤ ਹੈ। ਉਹ ਸਾਡੇ ਸਾਹਮਣੇ ਰੱਖ ਰਹੇ ਹਨ ਕਿ ਜਿਵੇਂ ਦੇਖੋ, ਆਪਾਂ ਜਦ ਮਾਨ ਕਰੀ ਬੈਠੇ ਆ ਸਰੀਰ ਦੀ, ਤਾਂ ਸਰੀਰ ਦੀ ਜਿਹੜੀ ਅਸਲੀਅਤ ਹੈ ਉਹ ਵੀ ਸਾਡੇ ਸਾਹਮਣੇ ਰੱਖ ਦਿੱਤੀ। ਲੇਕਿਨ ਇਨਸਾਨ ਹਰ ਚੀਜ਼ ਦੀ ਜਿਹੜੀ ਅਸਲੀਅਤ ਹੈ ਉਹਨਾਂ ਨੂੰ ਭੁਲਾ ਕੇ ਆਪਣੇ ਕਨਵੀਨੀਅੰਸ ਦੇ ਅਨੁਸਾਰ ਚੀਜ਼ਾਂ ਨੂੰ ਮੋਡੀਫਾਈ ਕਰਨਾ ਸ਼ੁਰੂ ਕਰ ਦਿੰਦਾ ਹੈ, ਚੀਜ਼ਾਂ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ। ਇਹ ਨਹੀਂ ਕਿ ਆਪਾਂ ਆਪਣੇ ਸਰੀਰ ਤੋਂ ਨਫ਼ਰਤ ਕਰਨਾ ਸ਼ੁਰੂ ਕਰ ਦਈਏ। ਪਿਆਰ ਹੁੰਦਾ ਹੈ ਜਿਹੜੇ ਇਸ ਤੋਂ ਆਪਾਂ ਕਰਮ ਕਰਦੇ ਹਾਂ। ਆਪਾਂ ਜੇ ਇਸ ਤੋਂ ਚੰਗੇ ਕਰਮ ਕਰਾਂਗੇ, ਇਸ ਤੋਂ ਉਸ ਮਾਲਕ ਦਾ ਧਿਆਨ ਧਰਾਂਗੇ, ਤਾਂ ਇਸ ਸਰੀਰ ਦੀ ਵਡਿਆਈ ਹੈ। ਜੇ ਆਪਾਂ ਇੱਥੇ ਤੋਂ ਮਾੜੇ ਕਰਮ ਕਰਾਂਗੇ, ਇਹਦਾ ਸਦਉਪਯੋਗ ਨਹੀਂ ਕਰਾਂਗੇ, ਤਾਂ ਭਾਈ ਫਿਰ ਇਹਦਾ ਕੋਈ ਕਾਰਨ ਨਹੀਂ ਹੈ, ਫਿਰ ਇਹਦਾ ਕੋਈ ਬੈਨੀਫਿਟ ਨਹੀਂ ਹੈ। ਹੁਣ ਅਗਲੀ ਕੜੀ ਦੇ ਵਿੱਚ ਉਹ ਜਿਹੜਾ ਅਟਲ ਸੱਤਿਆ ਹੈ ਉਹਦੇ ਬਾਰੇ ਸਾਨੂੰ ਸਮਝਾ ਰਹੇ ਹਨ। ਧਿਆਨ ਦੇ ਨਾਲ ਸੁਣੋ ਜੀ। राखो कंध उसारो नीवा, 3.5 हाथ तेरी सीवा, बंके बाल पाग सीरी डेरी, एहु तन होए गो भस्म की ढेरी, ए तन होए गो ਭਸਮ ਕੀ ਢੇਰੀ। ਹੁਣ ਇਸ ਕੜੀ ਦੇ ਵਿੱਚ ਉਹ ਜਿਹੜੇ ਮ੍ਰਿਤੂ ਦਾ ਜਿਹੜੀ ਅਟਲ ਸੱਚਾਈ ਹੈ ਉਹ ਸਾਡੇ ਸਾਹਮਣੇ ਰੱਖ ਰਹੇ ਹਨ। ਪਿਛਲੀ ਕੜੀ ਦੇ ਵਿੱਚ ਆਪਨੇ ਕਿਹਾ ਕਿ ਇਨਸਾਨ ਇਹ ਜਿਹੜਾ ਸਰੀਰ ਹੈ ਇਸ ਪਿੰਜਰੇ ਨੂੰ ਆਪਣੀ ਅਸਲ ਰੂਪ ਮੰਨ ਕੇ ਬੈਠ ਗਿਆ ਹੈ। ਇਨਸਾਨ ਸੋਚਦਾ ਹੈ ਕਿ ਇਹ ਸਰੀਰ ਜਿਹੜਾ ਹੈ ਇਹ ਇਹਨਾਂ ਨੂੰ ਹਮੇਸ਼ਾ ਦੇ ਲਈ ਮਿਲ ਚੁੱਕਾ ਹੈ ਤੇ ਹੁਣ ਅੱਗੇ ਇਹ ਕਦੇ ਸਰੀਰ ਤੋਂ ਜਾਵੇਗਾ ਨਹੀਂ। ਆਪਾਂ ਦੇਖਦੇ ਹਾਂ ਸਾਡੇ ਵਿੱਚੋਂ ਕਿੰਨੇ ਹੈਗੇ ਆ ਜਿਹੜੇ ਕਿ ਰੋਜ਼ ਸਾਨੂੰ ਛੱਡ ਕੇ ਚਲੇ ਜਾਂਦੇ ਹਨ। ਆਪਾਂ ਕਦੇ ਕਿਸੇ ਨੂੰ ਜਾਂਦਾ ਹੋਇਆ ਵੇਖ ਰਹੇ ਹਨ, ਕਦੇ ਕਿਸੇ ਸੈਲੀਬ੍ਰਿਟੀ ਨੂੰ ਜਾਂਦਾ ਹੋਇਆ ਦੇਖ ਰਹੇ ਹਨ, ਕਦੇ ਆਪਣੇ ਘਰ ਪਰਿਵਾਰ ਦੇ ਵਿੱਚ ਕਿਸੇ ਨੂੰ ਜਾਂਦਾ ਹੋਇਆ ਦੇਖ ਰਹੇ ਹਨ। ਤਾਂ ਭਾਈ ਜਾਣਿਆ ਤਾਂ ਸਾਰਿਆਂ ਨੇ ਹੈ, ਲੇਕਿਨ ਫਿਰ ਵੀ ਇਨਸਾਨ ਇਹ ਜਿਹੜੀ ਸੱਚਾਈ ਹੈ 13 ਦਿਨ ਤੱਕ ਯਾਦ ਰੱਖਦਾ ਹੈ, ਉਸ ਤੋਂ ਬਾਅਦ ਭੁੱਲ ਜਾਂਦਾ ਹੈ। ਤੇ ਉਸੇ ਸੱਚਾਈ ਨੂੰ ਸਾਡੇ ਸਾਹਮਣੇ ਰੱਖ ਰਹੇ ਹਨ। ਰਾਖੋ ਕੰਧ ਉਸਾਰੋ ਨੀਵਾ, 3.5 हाथ तेरी सीवा, पंके बाल पाग सिर डेरी, एह तन होएगो भस्म की ढेरी। ਸਮਝਾ ਰਹੇ ਹਨ ਕਿ ਮਨੁੱਖ ਇਹ ਜਿਹੜੀ ਤੇਰੀ ਬੜੀ ਬੜੀ ਯੋਜਨਾएं ਹਨ, ਇਹ ਜਿਹੜੀ ਪਲੈਨਿੰਗ ਹਨ, ਜਿਹੜਾ ਆਪਾਂ ਪੂਰਾ ਪਲੈਨਿੰਗ ਕਰਕੇ ਬਹਿ ਜਾਂਦੇ ਹਨ ਕਿ 20 ਸਾਲਾਂ ਬਾਅਦ ਆਪਾਂ ਇਹ ਕਰਾਂਗੇ ਜੀ, 10 ਸਾਲਾਂ ਬਾਅਦ ਆਪਾਂ ਇਹ ਕਰਾਂਗੇ ਜੀ। ਭਾਈ ਕਿ ਆਪਾਂ 10 ਮਿੰਟ ਦਾ ਵੀ ਸਾਨੂੰ ਪਤਾ ਹੈ ਕਿ ਸਾਡੇ ਜ਼ਿੰਦਗੀ ਦੇ ਵਿੱਚ ਕੀ ਹੋਣ ਵਾਲਾ ਹੈ। ਇਨਸਾਨ ਬੇਖਬਰ ਰਹਿੰਦਾ ਹੈ ਕਿ ਪਤਾ ਨਹੀਂ ਉਹਦੀ ਜਿਹੜੀ ਮੌਤ ਹੈ ਉਹ ਉੱਥੇ ਤੋਂ ਪੁੱਛ ਕੇ ਆਵੇਗੀ, ਉਸ ਤੋਂ ਪੁੱਛਿਆ ਜਾਵੇਗਾ ਕਿ ਭਾਈ ਚੱਲਣਾ ਹੈ ਕਿ ਨਹੀਂ ਚੱਲਣਾ ਹੈ। ਭਾਈ ਇਹ ਜਿਹੜਾ ਮ੍ਰਿਤੂ ਦਾ ਜਿਹੜਾ ਅਟਲ ਸੱਚਾਈ ਹੈ ਇਹ ਕਿਸੇ ਨੂੰ ਨਹੀਂ ਪਤਾ। ਆਪਾਂ ਹਰ ਇੱਕ ਚੀਜ਼ ਦੀ ਐਕਸਪਾਇਰੀ ਲਾ ਸਕਦੇ ਹਾਂ,
ਲੇਕਿਨ ਆਪਣੀ ਮੌਤ ਦੀ ਐਕਸਪਾਇਰੀ ਨਹੀਂ ਲਾ ਸਕਦੇ। ਪਤਾ ਨਹੀਂ ਕਦ ਇੱਥੇ ਤੋਂ ਜਾਣਾ ਪੈ ਜੇ। ਆਪਾਂ ਰੋਜ਼ ਦੇਖਦੇ ਆ, ਪਤਾ ਵੀ ਨਹੀਂ ਲੱਗਦਾ, ਝਟਪਟ ਖਬਰ ਆਂਦੀ ਹੈ ਕਿ ਬੰਦਾ ਨਹੀਂ ਰਿਹਾ। ਤਾਂ ਭਾਈ ਆਪਾਂ ਨੂੰ ਤਾਂ ਸਮਝਣ ਦੀ ਲੋੜ ਹੈ, ਜਿਹੜਾ ਕੁਝ ਮਾਲਕ ਨੇ ਦਿੱਤਾ ਹੈ ਉਹਦੀ ਕਦਰ ਤੇ ਸ਼ੁਕਰ ਕਰਕੇ ਉਹਨੂੰ ਚੈਰਿਸ਼ ਕਰਨ ਦੀ ਲੋੜ ਹੈ। ਜਿਹੜਾ ਕੁਝ ਵੀ ਸਾਡੇ ਕੋਲ ਅੱਜ ਹੈ ਉਸ ਨੂੰ ਚੰਗੇ ਤਰੀਕੇ ਦੇ ਨਾਲ ਜੀਓ, ਕਿਉਂਕਿ ਜਿਹੜਾ ਕੁਝ ਚਲਾ ਗਿਆ ਆਪਾਂ ਉਹਦੇ ਵਿੱਚ ਕੁਝ ਨਹੀਂ ਕਰ ਸਕਦੇ, ਜਿਹੜਾ ਆਉਣ ਵਾਲਾ ਹੈ ਉਹਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ। ਲੇਕਿਨ ਜਿਹੜਾ ਕੁਝ ਅੱਜ ਸਾਡੇ ਕੋਲ ਹੈ, ਜਿਨ੍ਹਾਂ ਨੂੰ ਆਪਾਂ ਪ੍ਰੈਜ਼ੈਂਟ ਕਹਿੰਦੇ ਆ, ਉਸ ਨੂੰ ਚੈਰਿਸ਼ ਕਰੋ, ਉਸ ਨੂੰ ਆਪਾਂ ਨੂੰ ਯੂਜ਼ ਕਰਨ ਦੀ ਲੋੜ ਹੈ, ਯੂਟਿਲਾਈਜ਼ ਕਰਨ ਦੀ ਲੋੜ ਹੈ। ਸਮਝਾ ਰਹੇ ਹਨ ਕਿ ਮਜ਼ਬੂਤ ਨੀਵਾ ਇਹ ਸੋਚਦਾ ਹੈ ਕਿ ਵੱਡੀ ਵੱਡੀ ਦੀਵਾਰਾਂ ਖੜੀ ਕਰਕੇ, ਵੱਡੇ ਵੱਡੇ ਮਹਿਲ ਖੜੇ ਕਰਕੇ ਇਹ ਆਪਣੇ ਆਪ ਨੂੰ ਬਚਾ ਲਵੇਗਾ, ਸੁਰੱਖਿਅਤ ਕਰ ਲਵੇਗਾ। ਭਾਈ ਨਹੀਂ ਕਰ ਸਕਦਾ। ਤੁਸੀਂ ਦੇਖਦੇ ਹੋ, ਤੁਸੀਂ ਅਲੱਗ-ਅਲੱਗ ਜਗ੍ਹਾ ਤੇ ਜਾਂਦੇ ਹੋ, ਵੱਡੇ ਵੱਡੇ ਮਹਿਲ ਅੱਜ ਉੱਥੇ ਹੀ ਖੜੇ ਹੋਏ ਹਨ। ਆਪਾਂ ਤਾਜ ਮਹਿਲ ਦੀ ਗੱਲ ਕਰੀਏ, ਆਪਾਂ ਲਾਲ ਕਿਲੇ ਦੀ ਗੱਲ ਕਰੀਏ, ਆਪਾਂ ਵੱਡੇ ਵੱਡੇ ਰਾਜੇ ਮਹਾਰਾਜੇ ਦੇ ਮਹਿਲਾਂ ਦੀ ਗੱਲ ਕਰੀਏ, ਮਹਿਲ ਤਾਂ ਉੱਥੇ ਹੀ ਹੈ, ਲੇਕਿਨ ਉਹ ਰਾਜੇ ਮਹਾਰਾਜੇ ਇੱਥੇ ਨਹੀਂ ਹਨ। ਉਹ ਸਾਰੇ ਚਲੇ ਗਏ, ਕੋਈ ਯੁੱਧ ਦੇ ਵਿੱਚ ਚਲਾ ਗਿਆ, ਕੋਈ ਬਿਮਾਰੀ ਦੇ ਵਿੱਚ ਚਲਾ ਗਿਆ। ਵੱਡੇ ਵੱਡੇ ਬਿਊਰੋਕਰੇਟਸ ਆਪਾਂ ਵੇਖ ਲਈਏ, ਬੜੇ ਬੜੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਆਪਾਂ ਵੇਖ ਲਈਏ, ਕਿ ਕੋਈ ਅੱਜ ਤੱਕ ਕਹਿ ਸਕਦਾ ਹੈ ਕਿ ਮੈਂ ਇੱਥੇ ਹੀ ਰਵਾਂਗਾ। ਸਾਰਿਆਂ ਨੇ ਜਾਣਾ ਹੈ ਭਾਈ। ਉਹ ਮਾਲਿਕ ਸਾਡੀ ਇਹ ਨਹੀਂ ਦੇਖਦਾ ਕਿ ਆਪਾਂ ਕਿੰਨੇ ਵੱਡੇ ਪ੍ਰਾਈਮ ਮਿਨਿਸਟਰ ਹਾਂ, ਕਿੰਨੇ ਵੱਡੇ ਆਪਾਂ ਪ੍ਰੈਜ਼ੀਡੈਂਟ ਹਾਂ, ਜਾਂ ਕਿੰਨੇ ਵੱਡੇ ਰਾਜੇ ਮਹਾਰਾਜੇ ਹਾਂ, ਬਿਊਰੋਕਰੇਟ ਹਾਂ ਜਾਂ ਆਮ ਇਨਸਾਨ ਹਾਂ। ਜਾਣਾ ਸਾਰਿਆਂ ਨੇ ਹੈ। ਆਪਾਂ ਇੱਥੇ ਤੋਂ ਕੀ ਕਰਕੇ ਜਾਂਦੇ ਆ ਉਹ ਇੰਪੋਰਟੈਂਟ ਹੈ, ਆਪਾਂ ਇੱਥੇ ਕੀ ਸੀ ਉਹ ਇੰਪੋਰਟੈਂਟ ਨਹੀਂ ਹੈ। ਇਹ ਸਾਡੀ ਭੂਲ ਹੈ, ਜਿਹੜਾ ਆਪਾਂ ਸੋਚਦੇ ਆ ਕਿ ਜੇ ਆਪਾਂ ਇੱਥੇ ਨਾਮ ਕਮਾ ਲਵਾਂਗੇ ਤਾਂ ਉੱਥੇ ਜਾ ਕੇ ਹੋਰ ਸਾਡੀ ਪਹਿਚਾਣ ਹੋਵੇਗੀ। ਨਹੀਂ ਹੋ ਸਕਦੀ। ਗੁਰੂ ਸਾਹਿਬ ਸਾਨੂੰ ਯਾਦ ਦਿਲਾ ਰਹੇ ਹਨ ਕਿ ਤੁਹਾਡੀ ਜਿਹੜੀ ਅਸਲ ਸੰਪत्ति ਹੈ ਉਹ ਸਿਰਫ 3.5 ਹਾਥ ਦੀ ਜ਼ਮੀਨ ਹੈ। ਉਹਨੂੰ ਕੀ ਕਹਿੰਦੇ ਆ? ਚਿਤਾ ਜਾਂ ਕਬਰ ਦੀ ਲੰਬਾਈ। ਆਪਾਂ ਬੜੇ ਬਜ਼ੁਰਗ ਇਸ ਚੀਜ਼ ਨੂੰ ਜਾਣਦੇ ਆ। 3.5 ਹੱਥ ਦੀ ਲੰਬਾਈ ਹੁੰਦੀ ਹੈ ਕਬਰ ਦੀ। ਸਿਰਫ ਉਹ ਸਾਨੂੰ ਨਸੀਬ ਹੁੰਦੀ ਹੈ ਆਖਰੇ ਦੇ ਵਿੱਚ ਜਾ ਕੇ। ਸਾਡੇ ਵਿੱਚ ਕਿੰਨੀ ਪ੍ਰਾਪਰਟੀ ਸੀ, ਕਿੰਨੇ ਏਕੜ ਦੀ ਫਾਰਮ ਹਾਊਸ ਸਾਡੇ ਕੋਲ ਸੀ, ਕਿੰਨਾ ਆਪਾਂ ਨੇ ਜੋੜਿਆ, ਕਿੰਨਾ ਸਾਡਾ ਬੈਂਕ ਦੇ ਵਿੱਚ ਹੈ, ਡਜ਼ਨਟ ਮੈਟਰ ਐਟ ਆਲ। ਐਟ ਦ ਲਾਸਟ ਕੁਝ ਨਹੀਂ, ਸਿਰਫ 3 ਹਾਥ ਦੀ ਜ਼ਮੀਨ, 3.5 ਹਾਥ ਦੀ ਜ਼ਮੀਨ। ਇਹ ਸਾਡੀ ਸੱਚਾਈ ਹੈ। ਤੇ ਜੇ ਆਪਾਂ ਨੂੰ ਆਪਣੀ ਧਨ ਦੌਲਤ ਦੇ ਉੱਤੇ ਗਰਵ ਹੈ ਤਾਂ ਇੱਕ ਵਾਰੀ ਉਸ ਕਬਰ ਦੇ ਵਿੱਚ ਵੇਖ ਲੈਣਾ। ਕਦੇ ਕਿਸੇ ਨੂੰ ਉੱਥੇ ਜਾਂਦੇ ਆ ਲੈ ਕੇ, ਸ਼ਮਸ਼ਾਨ ਘਾਟ ਤੇ ਵੀ ਜਾਂਦੇ ਆ, ਉਹੀ ਸਾਰਾ ਕੁਝ ਅਸਲੀਅਤ ਹੈ। ਬੰਕੇ ਬਾਲ, ਟੇढ़े और सुंदर बाल, पाग सिरी डेरी, सिर पर शान से सजी पगड़ी। ਸਾਨੂੰ ਸਮਝਾ ਰਹੇ ਹਨ ਕਿ ਜਿੱਦ ਉੱਤੇ ਆਪਾਂ ਬਹੁਤ ਗਰਵ ਕਰਦੇ ਆ ਕਿ ਇਹ ਮੇਰਾ ਸਰੀਰ ਹੈ, ਇਹ ਮੇਰੇ ਉੱਤੇ, ਸਿਰ ਦੇ ਉੱਤੇ ਰਿਸਪੌਂਸਿਬਿਲਿਟੀ ਹੈ। ਭਾਈ ਸਮਝਾ ਰਹੇ ਹਨ ਕਿ ਜਿਹੜਾ ਫੈਸ਼ਨ ਹੈ, ਜਿਹੜਾ ਰੁਤਬਾ ਹੈ, ਜਿਹੜੇ ਬ੍ਰਾਂਡਡ ਕੱਪੜੇ ਹਨ, ਇਹ ਸਭ ਤਰ੍ਹਾਂ ਦਾ ਤਰ੍ਹਾਂ ਰਹਿ ਜਾਵੇਗਾ। ਜਿਹੜੀ ਅਸਲੀ ਸੱਚਾਈ ਹੈ ਉਸ ਨਾਮ ਦੀ ਸੱਚਾਈ ਹੈ। ਗੁਰੂ ਸਾਹਿਬ ਕਹਿ ਰਹੇ ਹਨ ਕਿ ਯਾਦ ਰੱਖ, ਅੰਤ ਦੇ ਵਿੱਚ ਤੇਰਾ ਸਰੀਰ ਜਿਹੜਾ ਹੈ ਉਹਨੂੰ ਵੀ ਸੁੰਦਰਤਾ ਨਹੀਂ ਵੇਖੇਗੀ, ਜਾਣਾ ਪਊਗਾ, ਉਹੀ ਸੜਨਾ ਸ਼ੁਰੂ ਹੋ ਜਾਏਗਾ, ਭਸਮ ਕੀ ਢੇਰੀ ਹੋ ਜਾਏਗਾ। ਆਖਰੇ ਦੇ ਵਿੱਚ ਜਦ ਤੈਨੂੰ ਆਗ ਲਗਾ ਦੇਵੇਂਗੇ ਤੂੰ ਭਸਮ ਕੀ ਢੇਰੀ ਹੋ ਜਾਏਗਾ, ਜਾਂ ਫਿਰ ਮਿੱਟੀ ਵਿੱਚ ਮਿਲ ਕੇ ਮਿੱਟੀ। ਹੁਣ ਸਵਾਲ ਉੱਠਦਾ ਹੈ ਕਿ ਸੰਤ ਮਹਾਤਮਾ ਸਾਨੂੰ ਡਰਾ ਰਹੇ ਹਨ, ਕਿ ਸੰਤ ਮਹਾਤਮਾ ਸਾਨੂੰ ਕਹਿ ਰਹੇ ਹਨ ਕਿ ਆਪਾਂ ਇਹ ਸਾਰਾ ਕੁਝ ਛੱਡ ਕੇ ਕਿੱਥੇ ਚਲੇ ਜਾਈਏ। ਨਹੀਂ ਭਾਈ, ਸੰਤਾਂ ਮਹਾਤਮਾ ਸਾਡੇ ਸਾਹਮਣੇ ਸੱਚਾਈ ਰੱਖਦੇ ਹਨ। ਉਹ ਸਾਨੂੰ ਡਰਾਉਂਦੇ ਨਹੀਂ ਹਨ। ਉਹ ਸਿਰਫ ਕਹਿੰਦੇ ਹਨ ਕਿ ਜਿਹੜਾ ਕੁਝ ਵੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਯੂਜ਼ ਕਰ ਰਹੇ ਹਨ, ਜਿਹੜਾ ਕੁਝ ਵੀ ਆਪਾਂ ਕਰ ਰਹੇ ਹਨ, ਉਹਨੂੰ ਆਪਣਾ ਸਮਝ ਕੇ ਯੂਜ਼ ਨਹੀਂ ਕਰਨਾ ਚਾਹੀਦਾ ਹੈ, ਉਸ ਮਾਲਕ ਦਾ ਸਮਝ ਕੇ ਯੂਜ਼ ਕਰਨਾ ਚਾਹੀਦਾ ਹੈ। ਜੇ ਮਾਲਕ ਨੇ ਸਾਨੂੰ ਇਸ ਹਾਲ ਦੇ ਵਿੱਚ ਰੱਖਿਆ ਹੈ ਕਿ ਆਪਾਂ ਚੰਗੇ ਕੱਪੜੇ ਪਹਿਨ ਸਕੀਏ, ਚੰਗਾ ਸੱਜੋ ਸਾਮਾਨ ਲਾ ਸਕੀਏ, ਤਾਂ ਭਾਈ ਉਸ ਮਾਲਕ ਦਾ ਸਮਝ ਕੇ, ਲੇਕਿਨ ਅਸਲੀ ਸੱਚਾਈ ਵੀ ਆਪਣੇ ਕੋਲ ਰਹਿਣੀ ਚਾਹੀਦੀ ਹੈ ਕਿ ਮੇਰਾ ਕੁਝ ਇਹਦੇ ਵਿੱਚ ਨਹੀਂ ਹੈ। ਇੱਕ ਦਿਨ ਸਾਰਾ ਕੁਝ ਮੈਂ ਛੱਡ ਕੇ ਚਲੇ ਜਾਣਾ ਹੈ। ਜਿਸ ਦਿਨ ਇਹ ਜਿਹੜੀ ਸਟੇਟਮੈਂਟ ਹੈ ਸਾਡੇ ਦਿਮਾਗ ਦੇ ਵਿੱਚ ਫਿੱਟ ਹੋ ਜਾਵੇਗੀ, ਫਿਰ ਸਾਨੂੰ ਕਦੇ ਅਹੰਕਾਰ ਨਹੀਂ ਆ ਸਕਦਾ। परमात्मा साडे अहंकार तो दुखी है, वो साडे साजो सज्जा समान से दुखी नहीं है। वो तो चाहता है कि मेरे बच्चे खुश रहन, लेकिन भाई जद आपां उस साजो सज्जा दे विच जाके उस परमात्मा नूं भुल जांदे हन, फिर आपां अपने आप नूं नीचे दी तरफ गिरना शुरू कर दिंदे हन। वो सानूं समझाउण दी कोशिश कर रहे हैं
कि ये ਜਿਹੜਾ ਕੁਝ ਅਹੰਕਾਰ ਤੁਸੀਂ ਲਾਈ ਬੈਠੇ ਹੋ ਨਾ, ਇੱਕ ਦਿਨ ਫਨਾ ਹੋ ਜਾਊਗਾ। ਕਰਨਾ ਹੈ ਉਸ ਮਾਲਿਕ ਦਾ ਸਮਝ ਕੇ ਕਰੋ। ਹੁਣ ਇਸ ਕੜੀ ਨੂੰ ਵੇਖਦੇ ਹੋਏ ਇੱਕ ਸਾਖੀ ਯਾਦ ਆਉਂਦੀ ਹੈ। ਚਿੱਤੌੜ ਦੀ ਇੱਕ ਰਾਣੀ ਸੀ ਜਿਹਦਾ ਨਾਂ ਸੀ ਝਾਲੀ ਰਾਣੀ। ਉਹ ਗੁਰਦੇਵ ਦੇ ਆਤਮ ਗਿਆਨ ਤੋਂ ਬੜਾ ਪ੍ਰਭਾਵਿਤ ਸੀ। ਉਸ ਸਮੇਂ ਦੀ ਕਥਾ ਹੈ ਜਦ ਗੁਰੂ ਰਵਿਦਾਸ ਜੀ ਦੀ ख्याति ਜਿਹੜੀ ਸੀ ਉਹ ਚਾਰੋਂ ਤਰਫ ਫੈਲ ਰਹੀ ਸੀ। ਚਿੱਤੌੜ ਦੀ ਰਾਣੀ ਸੀ ਤਾਂ ਜੋ ਇੱਕ ਰਾਜ ਘਰਾਣੇ ਸੇ ਆਤੀ ਥੀ, ਉਹਨੇ ਕੀ ਕੀਤਾ, ਗੁਰੂ ਜੀ की शिक्षावां तो ਇੰਨੀ ਪ੍ਰਭਾਵਿਤ ਹੋਈ ਕਿ ਗੁਰੂ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨ ਕੇ ਬੈਠ ਗਈ। ਫਿਰ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਗੁਰੂ ਜੀ ਦੀ ਜਿਹੜੀ ਕੁਟੀਆ ਹੈ ਉਹ ਇਸ ਥਾਂ ਦੇ ਉੱਤੇ ਹੈ। ਤਾਂ ਉਹਨਾਂ ਦੇ ਵਿੱਚ ਜਿਗਿਆਸਾ ਪੈਦਾ ਹੋਈ, ਕਿਉਂ ਨਾ ਗੁਰੂ ਤੋਂ ਮਿਲਿਆ ਜਾਵੇ। ਰਾਜਸੀ ਅਹੰਕਾਰ ਦੇ ਵਿੱਚ ਪੂਰਾ ਸਾਰਾ ਕੁਝ ਸੱਜੋ ਸਮਾਨ ਲੈ ਕੇ, ਘੋੜਸਵਾਰ ਲੈ ਕੇ, ਪਾਲਕੀ ਲੈ ਕੇ ਰਾਣੀ ਝਾਲੀ ਜਿਹੜੀ ਹੈ ਉਹ ਰਵਿਦਾਸ ਜੀ ਤੋਂ ਮਿਲਣ ਬਨਾਰਸ ਪਹੁੰਚ ਜਾਂਦੀ ਹੈ। ਉਹ ਉੱਥੇ ਜਾ ਕੇ ਦੇਖਦੀ ਹੈ ਕਿ ਜਿਨ੍ਹਾਂ ਨੂੰ ਮੈਂ ਗੁਰੂ ਮੰਨਿਆ ਹੋਇਆ ਹੈ ਉਹ ਤਾਂ ਇੱਕ ਛੋਟੀ ਜੀ ਫੂਸ ਦੀ ਜਿਹੜੀ ਕੁਟੀਆ ਹੈ ਉਹਦੇ ਬੈਠ ਕੇ ਜੂਤੇ ਜਿਹੜੇ ਹੈ ਉਹ ਗਾਠ ਰਿਹਾ ਹੈ। ਰਾਣੀ ਦੇ ਕੋਲ ਪੰਡਤ ਵੀ ਆਏ ਸੀ, ਦਰਬਾਰੀ ਵੀ ਆਏ ਸੀ, ਤਾਂ ਉਹਨਾਂ ਨੂੰ ਇਹ ਜਿਹੜੀ ਚੀਜ਼ ਸੀ ਉਹ ਰਾਸ ਨਹੀਂ ਆਈ। ਉਹਨਾਂ ਨੂੰ ਲੱਗਾ ਕਿ ਇੱਕ ਚਰਮਕਾਰ ਜਿਹੜਾ ਜੁੱਥੀ ਗਾਠ ਰਿਹਾ ਹੈ ਉਹ ਕਿਸੇ ਦਾ ਗੁਰੂ ਕਿਵੇਂ ਹੋ ਸਕਦਾ ਹੈ। ਜਾਤ ਪਾਤ ਦਾ ਅਹੰਕਾਰ ਆ ਗਿਆ। ਤਾਂ ਉਹ ਪੰਡਤਾਂ ਨੇ ਕੀ ਕੀਤਾ ਕਿ ਰਾਣੀ ਜੀ ਨੂੰ ਭੜਕਾਣੇ ਦੀ ਕੋਸ਼ਿਸ਼ ਕੀਤੀ ਕਿ ਰਾਣੀ ਜੀ, ਤੁਸੀਂ ਨੂੰ ਕਿਸੇ ਪੰਡਤ ਨੂੰ, ਵਿਦਵਾਨ ਪੰਡਤ ਨੂੰ, ਉੱਚੀ ਜਾਤ ਦੇ ਨੂੰ ਇਹ ਗੁਰੂ ਬਣਾਉਣਾ ਚਾਹੀਦਾ ਹੈ। ਤੁਸੀਂ ਇਹ ਚਰਮਕਾਰ ਨੂੰ ਜਿਹੜਾ ਜੁੱਥੀ ਗੱਠ ਰਿਹਾ ਹੈ ਇਹਨਾਂ ਨੂੰ ਨਹੀਂ ਬਣਾਉਣਾ ਚਾਹੀਦਾ। ਤਾਂ ਉਸ ਵੇਲੇ ਗੁਰੂ ਸਾਹਿਬ ਕੁਝ ਨਹੀਂ ਕਹਿੰਦੇ ਤੇ ਰਾਣੀ ਵੀ ਆਪਣਾ ਸਿਰ ਜਿਹੜਾ ਹੈ ਉਹ ਹੌਲਾ ਕਰਕੇ ਵਾਪਸ ਆ ਜਾਂਦੀ ਹੈ। ਫਿਰ ਬ੍ਰਹਮਭੋਜ ਦੀ ਘਟਨਾ ਹੁੰਦੀ ਹੈ। ਰਾਣੀ ਕੀ ਕਰਦੀ ਹੈ, ਆਪਣੇ ਗੁਰੂ ਦੇ ਲਈ, ਰਵਿਦਾਸ ਜੀ ਦੇ ਲਈ ਇੱਕ ਬ੍ਰਹਮਭੋਜ ਦੀ ਦਾਵਤ ਰੱਖਦੀ ਹੈ। ਕਾਸ਼ੀ ਦੇ ਸਾਰੇ ਅਭਿਮਾਨ ਪੰਡਿਤ ਉੱਥੇ ਆਉਂਦੇ ਨੇ, ਲੇਕਿਨ ਉਹ ਸ਼ਰਤ ਰੱਖ ਦਿੰਦੇ ਹਨ ਕਿ ਜੀ ਆਪਾਂ ਆਵਾਂਗੇ ਤਾਂ ਸਹੀ, ਲੇਕਿਨ ਆਪਾਂ ਗੁਰੂ ਰਵਿਦਾਸ ਜੀ ਦੇ ਕੋਲ ਬੈਠ ਕੇ ਭੋਜਨ ਨਹੀਂ ਕਰਾਂਗੇ, ਕਿਉਂਕਿ ਉਹਨਾਂ ਦੀ ਜਿਹੜੀ ਜਾਤੀ ਹੈ ਉਹ ਨੀਚੀ ਹੈ। ਰਵਿਦਾਸ ਜੀ ਬਹੁਤ ਸਰਲ ਸੁਭਾਅ ਕੇ ਸੀਗੇ। ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਆਪ ਸਾਰੇ ਬ੍ਰਾਹਮਣ ਜਨ ਹਨ, ਤੁਸੀਂ ਉੱਪਰ ਬੈਠ ਕੇ ਕਰ ਸਕਦੇ ਹੋ, ਕੋਈ ਨਾ, ਮੈਂ ਦੂਰ ਬੈਠ ਕੇ ਭੋਜਨ ਕਰ ਲਿਆਂਗਾ। ਤਾਂ ਜਿਵੇਂ ਹੀ ਭੋਜਨ ਸ਼ੁਰੂ ਹੋਇਆ, ਇੱਕ ਚਮਤਕਾਰ ਦੇਖਣ ਨੂੰ ਮਿਲਿਆ ਕਿ ਹਰ ਦੋ ਬ੍ਰਾਹਮਣਾਂ ਦੇ ਵਿੱਚ ਗੁਰੂ ਰਵਿਦਾਸ ਜੀ ਬੈਠੇ ਨਜ਼ਰ ਆਏ। ਪੰਡਿਤ ਜੀ ਜਿੱਧਰ ਵੀ ਵੇਖ ਰਹੇ ਸੀ ਉਹਨਾਂ ਨੂੰ ਰਵਿਦਾਸ ਜੀ ਦਿਖ ਰਹੇ ਸੀ, ਹਰ ਪੰਡਤ ਦੇ ਵਿੱਚ ਰਵਿਦਾਸ ਜੀ ਦਿਖ ਰਹੇ ਸੀ। ਤਾਂ ਉਹਨਾਂ ਦੀ ਅੱਖ ਦੇ ਵਿੱਚ ਆਂਸੂ ਆ ਗਏ। ਉਹਨਾਂ ਨੂੰ ਸਮਝ ਆ ਗਿਆ ਕਿ ਉਹ ਮਾਲਕ ਜਿਹੜਾ ਹੈ ਉਹ ਸਰਵ ਵਿਆਪੀ ਹੈ, ਉਹ ਕਿਸੇ ਇੱਕ ਜ਼ਾਤ ਜਾਂ ਕਿਸੇ ਧਰਮ ਦੇ ਵਿੱਚ ਨਹੀਂ ਪਿਰੋਇਆ ਜਾ ਸਕਦਾ। ਤਾਂ ਉਹਨਾਂ ਨੂੰ ਸਮਝ ਆ ਗਿਆ। ਉਸ ਵੇਲੇ ਫਿਰ ਭੋਜਨ ਤੋਂ ਬਾਅਦ ਰਾਣੀ ਝਾਲੀ ਜਿਹੜੀ ਸੀਗੀ ਉਹਨਾਂ ਦੇ ਵਿੱਚ ਉਹੀ ਗੱਲ ਚੱਲ ਰਹੀ ਸੀ ਕਿ ਮੇਰਾ ਗੁਰੂ ਇੰਨੀ ਚੌਪੜੀ ਦੇ ਵਿੱਚ ਰਹਿੰਦਾ ਹੈ, ਮੈਂ ਇੰਨੇ ਵੱਡੇ ਘਰਾਣੇ ਦੀ ਰਾਣੀ ਹਾਂ, ਕਿਉਂ ਨਾ ਮੈਂ ਇਹਨਾਂ ਦੀ ਸਥਿਤੀ ਬਦਲ ਜਾਊਂ। ਤਾਂ ਉਹਨਾਂ ਨੇ ਰਾਣੀ ਝਾਲੀ ਜੀ ਨੇ ਕੀ ਕੀਤਾ, ਜਿਹੜੀ ਸਵਰਨ ਮੁਦਰਾएं ਸੀ ਤੇ ਕੀਮਤੀ ਵਸਤਰ ਸੀ ਉਹ ਭੇਟ ਕਰਨੇ ਚਾਹੇ ਰਵਿਦਾਸ ਜੀ ਨੂੰ। ਤਾਂ ਰਵਿਦਾਸ ਜੀ ਨੇ ਉਹੀ ਬਾਤ ਕਹੀ। ਉਹਨਾਂ ਨੇ ਕਿਹਾ ਕਿ ਬੇਟੀ, ਇਨ ਮਹਿਲਾਂ ਦਾ, ਇਨ ਵਸਤਰਾਂ ਦਾ, ਇਨ ਉੱਚੇ ਮੰਦਰ ਮੋਹ ਮਾਇਆ ਦਾ ਮੈਂ ਕੀ ਕਰਾਂਗਾ। ਦੇਖ, ਮੈਂ ਤਾਂ ਜੂਤੇ ਗਾਟਦਾ ਹਾਂ, मेरा मन राम नाम से जुड़ा है, तू रानी है पर अंत में तेरा शरीर भी भस्म की ढेरी होगा। तेरी और मेरी दोनों की सीमाएं जेड़ी हन वो केवल 3.5 हाथ दी जमीन दी है। इत्थे वो पूरा शब्द जेड़ा है वो साडे सामने उचार दिता। वो जेड़ी सच्चाई है वो रानी दे सामने रख दी कि रानी ये जेड़ा कुछ है ये तुहानू उस परमात्मा दा दिता होया है, लेकिन आखिरी दे विच जाके थानू कुछ नहीं मिलूगा। की मिलूगा? 3.5 हाथ दी तेरी सीमा, बंके बाल पग सिरी डेरी, ए तन होएगो पसम की डेरी। कि आखिरी दे विच जाके ये जड़ा पूरा शरीर है ये पसम दी डेरी बन जाएगा। रानी नू समझाया कि असली दौलत जेड़ी है वो राम नाम दी दौलत है। रानी ਝਾਲੀ ਦਾ ਜਿਹੜਾ ਅਹੰਕਾਰ ਸੀ ਉਹ ਚੂਰ ਚੂਰ ਹੋ ਗਿਆ, ਤਿਆਗ ਦੇ ਵਿੱਚ ਆ ਗਿਆ ਤੇ ਉਹ ਸੰਤਾਂ ਦੇ ਚਰਨਾਂ ਦੇ ਵਿੱਚ ਆ ਕੇ ਕਹਿਣ ਲੱਗੀ, ਗੁਰੂ ਜੀ ਮੈਨੂੰ ਬਖਸ਼ ਲਓ, ਬਖਸ਼ ਲਓ। ਇਹ ਹੁੰਦੀ ਹੈ ਸੱਚੇ ਗੁਰੂ ਦੀ ਪਹਿਚਾਨ। ਇਹ ਉਹ ਘਮੰਡ ਦੇ ਵਿੱਚ ਨਹੀਂ ਆਉਂਦੇ, ਉਹ ਸਾਡੇ ਸਾਹਮਣੇ ਸੱਚਾਈ ਰੱਖਦੇ ਹਨ। ਜੇ ਕੋਈ ਇਹੋ ਜਿਹਾ ਗੁਰੂ ਹੁੰਦਾ ਤਾਂ ਉਹ ਧਨ ਦੌਲਤ ਦੇ ਵਿੱਚ ਆ ਕੇ ਆਪਣਾ ਸਭ ਕੁਝ ਬਦਲ ਦਿੰਦਾ, ਆਪਣਾ ਫਾਇਦਾ ਸੋਚਦਾ, ਲੇਕਿਨ ਸੱਚਾ ਗੁਰੂ ਆਪਣੀ ਸਥਿਤੀ ਦੇ ਵਿੱਚ ਰਹਿ ਕੇ ਕੰਮ ਕਰਦਾ ਹੈ।
ਹੁਣ ਆਖਰੀ ਦੇ ਕੜੀ ਦੇ ਵਿੱਚ ਸਾਨੂੰ ਕੀ ਸਮਝਾ ਰਹੇ ਹਨ, ਧਿਆਨ ਦੇ ਨਾਲ ਸੁਣੋ ਜੀ। ऊंचे मंदिर सुंदर नारी, ऊंचे मंदिर सुंदर नारी, राम नाम बिन बाजी हारी, मेरी जात कमीनी पात कमीनी, ओछा जन्म हमारा, तुम शरणागति राजा रामचंद, कह रविदास चमारा, कह रविदास चमारा। ਹੁਣ ਇਸ ਕੜੀ ਦੇ ਵਿੱਚ ਆ ਕੇ ਗੁਰੂ ਰਵਿਦਾਸ ਜੀ ਉਹ ਜਿਹੜੀ ਨਾਮ ਦੀ ਮਹਿਮਾ ਹੈ, ਉਹ ਜਿਹੜੀ ਪਰਮ ਵਿਨਮਰਤਾ ਹੈ, ਉਹ ਸਾਡੇ ਸਾਹਮਣੇ ਰੱਖ ਰਹੇ ਹਨ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਆਪ ਜੀ ਸਮਝਾ ਰਹੇ ਹਨ ਕਿ ਇਹ ਜਿਹੜੇ ਸੁੰਦਰ ਬਹਿਲ, ਇਹ ਜਿਹੜੀ ਸੁੰਦਰ ਨਾਰੀ, ਇਹ ਜਿਹੜਾ ਜੀਵਨ ਸਾਥੀ ਸਾਡੇ ਕੋਲ ਹੈ ਭਾਈ, ਜਿੰਨਾ ਚਿਰ ਰਾਮ ਨਾਮ ਦੇ ਨਾਲ ਆਪਾਂ ਲੱਗੇ ਹੋਏ ਹਨ, ਸਾਰਾ ਕੁਝ ਚੰਗਾ ਹੈ। ਲੇਕਿਨ ਜੇ ਸਿਰਫ ਇਹਨਾਂ ਦੇ ਵਿੱਚ ਹੀ ਫਸੇ ਰਹਿ ਗਏ ਤਾਂ ਭਾਈ ਆਪਾਂ ਜਿਹੜੀ ਰਾਮ ਨਾਮ ਦੀ ਬਾਜੀ ਹੈ ਉਹ ਹਾਰ ਜਾਵਾਂਗੇ। ਸਾਨੂੰ ਸਮਝਾ ਰਹੇ ਹਨ ਕਿ ਮਾਲਕ ਨੇ ਸਾਨੂੰ ਸਾਰਾ ਕੁਝ ਦਿੱਤਾ ਹੈ, ਲੇਕਿਨ ਜੇ ਆਪਾਂ ਉਸ ਨੂੰ ਭੁਲਾ ਕੇ ਇਹਨਾਂ ਚੀਜ਼ਾਂ ਦੇ ਵਿੱਚ ਲਿਪਤ ਹੋ ਗਏ ਤਾਂ ਭਾਈ ਫਿਰ ਆਪਾਂ ਇਹ ਬਾਜੀ ਜਿਹੜੀ ਹੈ ਉਹ ਹਾਰ ਜਾਵਾਂਗੇ। ਕਿਉਂਕਿ ਇਹ ਜਿਹੜੀ ਇਨਸਾਨੀ ਜਾਮਾ ਹੈ, ਇਹ ਭਾਈ ਸਾਨੂੰ ਬੜੇ ਸੁਭਾਗ ਦੇ ਨਾਲ ਮਿਲਾ ਹੋਇਆ ਹੈ, ਬੜੇ ਦਿਨਾਂ ਬਾਅਦ ਮਿਲਾ ਹੈ, ਇਹ ਬਾਜੀ ਲੱਗੀ ਹੋਈ ਹੈ। ਤਾਂ ਭਾਈ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜੇ ਆਪਾਂ ਇਹਦੇ ਵਿੱਚ ਹੀ ਲਿਪਤ ਰਹੇ, ਕਾਮ ਕ੍ਰੋਧ ਮੋਹ ਲੋਭ ਦੇ ਵਿੱਚ ਹੀ ਲਿਪਤ ਰਹੇ, ਤਾਂ ਇਹ ਜਿਹੜੀ ਬਾਜੀ ਹੈ ਇਹ ਹਾਰ ਜਾਵਾਂਗੇ। ਆਪਾਂ ਨੂੰ ਸਮਝਣਾ ਚਾਹੀਦਾ ਹੈ, ਇਹ ਨਹੀਂ ਕਿ ਉਹ ਆਪਾਂ ਨੂੰ ਕਿਸੇ ਰਿਸ਼ਤੇ ਨਾਤਿਆਂ ਤੋਂ ਦੂਰ ਕਰ ਰਹੇ ਹਨ। ਉਹ ਸਾਨੂੰ ਸਮਝਾ ਰਹੇ ਹਨ ਕਿ ਇਹਨਾਂ ਦੇ ਨਾਲ ਨਾਲ ਸਾਨੂੰ ਉਸ ਪਰਮਾਤਮਾ ਦਾ ਯਾਦ ਕਰਨਾ ਹੈ। ਸਿਰਫ ਲਿਪਤ ਨਹੀਂ ਰਹਿਣਾ ਹੈ ਕਿ ਆਪਾਂ ਸਿਰਫ ਭੋਗਾਂ ਦੇ ਵਿੱਚ ਫਸੇ ਰਹੀਏ। ਰਾਮ ਨਾਮ ਦੇ ਵਿੱਚ ਲੱਗਣਾ ਹੈ, ਉਹਨਾਂ ਦੇ ਵਿੱਚ ਵੀ ਸਮਾਂ ਕੱਢਣਾ ਹੈ। ਹੁਣ ਆਖਰੀ ਦੇ ਵਿੱਚ ਬਿਲਕੁਲ ਆਪਣੇ ਆਪ ਨੂੰ ਸਰੈਂਡਰ ਦੀ ਭਾਵਨਾ ਦੇ ਵਿੱਚ ਲੈ ਕੇ ਆ ਰਹੇ ਹਨ। ਸ਼ਬਦ ਇਹੋ ਜਿਹੇ ਕਠੋਰ ਯੂਜ਼ ਕਰ ਰਹੇ ਹਨ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਤਾਂ ਕੋਈ ਸੁਣ ਵੀ ਨਹੀਂ ਸਕਦਾ। ਆਪ ਕਹਿ ਰਹੇ ਹਨ, ਮੇਰੀ ਜਾਤ ਕਮੀਨੀ, ਮੇਰੀ ਪਾਤ कमीनी, ओछा जन्म हमारा, तुम शरणागति राजा रामचंद कहे रविदास चमारा। ये उस भक्ति दी पराकाष्ठा है जिहड़ी रविदास जी आप नूं इत्थे पूरी तरीके दे नाल शून्य कर रहे हैं। समाज दे विच जिन्हां नूं नीच कहा जांदा सी, जिन्हां नूं अपने आप नूं दूर रखिया जांदा सी, उस चीज नूं स्वीकारदे होए अपने आप नूं विनम्र बना रहे हैं ते एक्सपोज कर रहे हैं कि हे प्रभु मेरी जात कुल ये सब कुछ छोटा है, ओछा है, मैनू इस चीज की चिंता नहीं है क्योंकि तुम शरणागति राजा रामचंद, कि मैं ता उस परमात्मा दी शरण ले ली है जो सब तो उच्चा है, ते जिन्हां ने उस दी शरण ले ली है ओदी जात ओदा धर्म किवें नीचे हो सकता है। जो सबका मालिक है, जो सारियां नूं तारदा होया आया है, वो किवें थल्ला हो सकता है। वो सानू समझाने की कोशिश कर रहे हैं। जो भगवान दा दास बन गया तो वो नीचे किवें रह सकता है, वो नीच किवें रह सकता है। अपने आप नूं कह रहे हैं कि ये जिहड़ी जाति हन, ये जिहड़ा धर्म हन, ये शारीरिक रूप दे विच हो सकता है जिहड़ा दुनिया ने बनाया है। याद रखो, जाति परमात्मा ने नहीं बनाई, धर्म परमात्मा ने नहीं बनाया, परमात्मा ने इंसान बनाया सी ते इंसान ने आके जिहड़ियां चीजां हने खड़ी कीतियां हन। ते जे आपां इहदी असलियत भी जानना शुरू करिए तां वैदिक काल दे विच ये जिहड़ियां चीजां सी एक कर्म दे विच करके सी, ना कि जन्म दे विच करके। जिहड़ा जो काम करदा सी उन्नू उस तरीके दे नाल एक टैग दे दिता जांदा सी, लेकिन कुछ ने आके इस नू जन्म दे नाल जोड़ दिता। फिर भी तुसी कंडम्ड नहीं कर रहे, तुसी कह रहे हो कोई गल नहीं, समाज मैनू की कहंदा है, समाज मैनू की
ਉਚਾਰਦਾ ਹੈ ਮੈਨੂੰ ਫਰਕ ਨਹੀਂ ਪੈਂਦਾ। ਗੁਰੂ ਰਵਿਦਾਸ ਜੀ ਪੂਰੀ ਤਰੀਕੇ ਦੇ ਨਾਲ ਆਪਣੇ ਆਪ ਨੂੰ ਸ਼ੂਨਯ ਕਰਕੇ ਸਾਡੇ ਸਾਹਮਣੇ ਚੀਜ਼ ਰੱਖ ਰਹੇ ਹਨ ਕਿ ਮੇਰੇ ਲਈ ਤਾਂ ਉਸ ਮਾਲਿਕ ਦੀ ਸਭ ਤੋਂ ਵੱਡੀ ਜਾਤ ਹੈ, ਜਿਹੜਾ ਮਾਲਿਕ ਸਾਰਿਆਂ ਨੂੰ ਉਤਾਰਦਾ ਹੋਇਆ ਆਇਆ ਹੈ, ਜਿਹੜਾ ਸਭ ਤੋਂ ਉੱਪਰ ਹੈ। ਮੈਂ ਤਾਂ ਉਹਦੀ ਸ਼ਰਨ ਦੇ ਵਿੱਚ ਆ ਗਿਆ ਹਨ, ਤਾਂ ਮੈਂ ਥੱਲੇ ਕਿਵੇਂ ਹੋ ਸਕਦਾ ਹਾਂ? ਕਹਿ ਰਵਿਦਾਸ ਚਮਾਰਾ ਪੂਰੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਸ਼ੂਨਯ ਕਰ ਰਹੇ ਹਨ, ਆਪਣਾ ਆਤਮ ਸਮਰਪਣ ਕਰ ਰਹੇ ਹਨ ਤੇ ਆਪਣੇ ਆਪ ਨੂੰ ਉਸ ਗੁਰੂ ਦੇ ਸਾਹਮਣੇ ਨੀਚ ਕਹਿ ਕੇ ਬਿਆਨ ਕਰ ਰਹੇ ਹਨ। ਇਹ ਨੀਚਤਾ ਸਿਰਫ ਜਾਤੀ ਧਰਮ ਦੀ ਨਹੀਂ, ਇਹ ਸਾਡੇ ਇਨਸਾਨ ਦੀ ਸੋਚ ਦੀ ਹੈ ਕਿ ਆਪਾਂ ਇਨਸਾਨ ਨੂੰ ਬਾਟ ਕੇ ਬੈਠ ਗਏ ਹਾਂ। ਲੇਕਿਨ ਗੁਰੂਆਂ ਦੀ ਬਾਣੀ ਸਾਨੂੰ ਰੋਜ਼ ਵਾਸ਼ ਆਊਟ ਕਰਦੀ ਹੈ, ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਇਨਸਾਨ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਾਨੂੰ ਉਸ ਪਰਮਾਤਮਾ ਦੇ ਲਾਗੇ ਲੱਗਣਾ ਹੈ। ਤਾਂ ਭਾਈ ਸਾਨੂੰ ਵੀ ਇਸ ਚੀਜ਼ ਤੋਂ ਪ੍ਰੇਰਣਾ ਲੈਂਦੇ ਹੋਏ ਸਮਝਣਾ ਹੈ। ਤੁਸੀਂ ਦੇਖੋ ਅੱਜ ਆਪਾਂ ਕਿਸ ਫਾਰਮੈਟ ਦੇ ਵਿੱਚ ਜੀ ਰਹੇ ਹਾਂ। ਆਪਾਂ ਇੱਕ ਦੂਸਰਿਆਂ ਨੂੰ ਇਸ ਤਰੀਕੇ ਦੇ ਨਾਲ ਘੀਨੀ ਨਜ਼ਰਾਂ ਦੇ ਵਿੱਚ ਦੇਖਦੇ ਹਨ ਕਿ ਭਾਈ ਮੈਂ ਉੱਚੀ ਜਾਤ ਦਾ ਹਾਂ, ਤੂੰ ਨੀਚੀ ਜਾਤ ਦਾ ਹਾਂ। ਭਾਈ ਕੌਣ ਕਿਸ ਦੀ ਜਾਤ ਦਾ ਹੈ? ਇਹ ਸਰੀਰ ਜਿੰਨਾ ਚਿਰ ਹੈ ਆਪਾਂ ਕਿਸੇ ਨੂੰ ਟੈਗ ਦੇ ਸਕਦੇ ਹਾਂ, ਲੇਕਿਨ ਜਦ ਸਰੀਰ ਹੀ ਨਹੀਂ ਰਹੂਗਾ ਫਿਰ ਕਿਸ ਨੂੰ ਟੈਗ ਦੇਵਾਂਗੇ? ਉੱਥੇ ਅਮਲਾ ਦੇ ਹੋਣੇ ਨੇ ਨਬੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿ ਉੱਥੇ ਸਿਰਫ ਜਿਹੜਾ ਕੁਝ ਤੁਸੀਂ ਇੱਥੇ ਅਮਲ ਕੀਤਾ ਹੈ, ਜਿਹੜਾ ਉਸ ਨਾਮ ਨੂੰ ਜਪਿਆ ਹੈ, ਉਹਦੀ ਕਦਰ ਹੋਵੇਗੀ। ਤੁਸੀਂ ਕਿਹੜੀ ਜਾਤ ਦੇ ਸੀਗੇ, ਕਿਹੜੇ ਧਰਮ ਦੇ ਸੀਗੇ, ਕੁਝ ਉੱਥੇ ਪਛਾਣ ਨਹੀਂ ਹੋਣੀ। ਸਭ ਤੋਂ ਉੱਚੀ ਜਾਤ ਕਿਸ ਦੀ ਹੈ? ਜਿਹੜਾ ਉਸ ਰਾਮ ਨਾਮ ਨੂੰ ਜਪਦਾ ਹੈ। ਸਭ ਤੋਂ ਨੀਚੀ ਜਾਤ ਕਿਸ ਦੀ ਹੈ? ਜਿਹੜਾ ਸਿਰਫ ਭੋਗ ਵਿਲਾਸ ਦੇ ਵਿੱਚ ਲਿਪਤ ਰਹਿੰਦਾ ਹੈ, ਉਸ ਪਰਮਾਤਮਾ ਨੂੰ ਭੁੱਲ ਕੇ ਬਹਿ ਗਿਆ ਹੈ। ਪਲਟੂ ਉੱਚੀ ਜਾਤ ਕਾ ਕਾਹੇ ਕਰੇ ਗੁਮਾਨ। ਪਲਟੂ ਸਾਹਿਬ ਨੇ ਵੀ ਸਾਡੇ ਸਾਹਮਣੇ ਹੀ ਰੱਖਿਆ ਕਿ ਉਸ ਮਾਲਕ ਨੇ ਸਾਨੂੰ ਜਾਤ ਪਾਤ ਦੇ ਵਿੱਚ ਨਹੀਂ ਪਿਰੋਇਆ। ਸਭ ਦੀ ਗਠੜੀ ਲਾਲ, ਕਿਰਿਆ ਖੋਲ ਨਹੀਂ ਜਾਣਤੇ ਤਾਤੇ ਬਹੇ ਕੰਗਾਲ। ਕਿ ਆਪਾਂ ਨੂੰ ਮਾਲਕ ਨੇ ਰੂਹਾਨੀਅਤ ਦੀ ਜਿਹੜੀ ਦੌਲਤ ਹੈ ਉਹ ਸਾਰਿਆਂ ਨੂੰ ਬਰਾਬਰ ਦਿੱਤੀ ਹੈ, ਲੇਕਿਨ ਆਪਾਂ ਗਾਂਠ ਖੋਲਣਾ ਨਹੀਂ ਜਾਣਦੇ। ਆਪਾਂ ਸਿਰਫ ਆਪਣੇ ਮੈਂ ਔਰ ਮੇਰੀ ਦੇ ਵਿੱਚ ਫਸੇ ਰਹਿੰਦੇ ਹਾਂ, ਤਾਂ ਕਰਕੇ ਜਿਹੜੀ ਲੜਾਈ ਝਗੜੇ ਹਨ ਇਹ ਸਮਾਜ ਦੇ ਵਿੱਚ ਰਹਿੰਦੇ ਹਨ। ਆਪਾਂ ਨੂੰ ਇਸ ਤੋਂ ਉੱਠਣ ਦੀ ਲੋੜ ਹੈ ਕਿ ਪਰਮਾਤਮਾ ਕਦੇ ਦੇਖਦਾ ਹੈ ਕਿ ਮੈਂ ਸਿਰਫ ਕਿਸੇ ਪਾਰਟਿਕੂਲਰ ਕਮਿਊਨਿਟੀ ਦੇ ਵਿੱਚ ਜਾਵਾਂ ਜਾਂ ਕਿਸੇ ਪਾਰਟਿਕੂਲਰ ਕੌਮ ਦੇ ਵਿੱਚ ਜਾਵਾਂ ਜਾਂ ਕਿਸੇ ਪਾਰਟਿਕੂਲਰ ਦੇਸ਼ ਦੇ ਵਿੱਚ ਜਾਵਾਂ? ਉਹ ਤਾਂ ਭਾਈ ਸਾਰਿਆਂ ਦੇ ਅੰਦਰ ਹੈ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਇੱਕ ਨੂਰ। ਆਪ ਜੀ ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਲੈਂਦੇ ਹੋਏ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਇੱਕ ਗੁਰੂ ਦੀ ਬਾਣੀ ਨਹੀਂ ਹੈ, ਪਤਾ ਨਹੀਂ ਕਿੰਨੇ ਗੁਰੂਆਂ ਦੀ ਬਾਣੀ ਹੈ। ਗ੍ਰੰਥ ਜਿਹੜਾ ਹੈ ਸਾਰਿਆਂ ਨੂੰ ਸਾਂਝਾ ਹੈ। ਜੇ ਗ੍ਰੰਥ ਦੇ ਵਿੱਚ ਕਿਸੇ ਗੁਰੂ ਨੇ ਕਿਸੇ ਨੂੰ ਨਹੀਂ ਸੈਗਰੀਗੇਟ ਕੀਤਾ ਤਾਂ ਭਾਈ ਆਪਾਂ ਕੌਣ ਹੁੰਦੇ ਆ ਕਿਸੇ ਨੂੰ ਡਿਸਕ੍ਰਿਮੀਨੇਟ ਕਰਨ ਵਾਲੇ, ਭੇਦਭਾਵ ਕਰਨ ਵਾਲੇ? ਜੇ ਭੇਦਭਾਵ ਕਰਨਾ ਹੈ ਤਾਂ ਉਸ ਤੋਂ ਕਰੋ ਜਿਹੜਾ ਉਸ ਪਰਮਾਤਮਾ ਦੀ ਗਾਥਾ ਨਹੀਂ ਗਾਉਂਦਾ, ਤੇ ਉਸ ਤੋਂ ਵੀ ਆਪਾਂ ਨੇ ਪ੍ਰੇਮ ਹੀ ਕਰਨਾ ਹੈ। ਭੇਦਭਾਵ ਦੀ ਤਾਂ ਗੱਲ ਇੱਥੇ ਵੀ ਨਹੀਂ ਆਉਂਦੀ। ਲੇਕਿਨ ਜੇ ਆਪਾਂ ਨੇ ਕਰਨਾ ਵੀ ਹੈ ਤਾਂ ਭਾਈ ਆਪਾਂ ਇੱਥੇ ਤੋਂ ਦੂਰੀ ਬਣਾ ਸਕਦੇ ਹਾਂ ਜਿਹੜਾ ਨਾਮ ਨਹੀਂ ਕਰਦਾ, ਲੇਕਿਨ ਜਿਹੜਾ ਰਾਮ ਨਾਮ ਦੇ ਵਿੱਚ ਲੱਗਿਆ ਹੋਇਆ ਹੈ, ਜਿਹੜਾ ਸਾਰੇ ਉਸ ਮਾਲਿਕ ਨੂੰ ਧਿਆਨ ਕਰਦਾ ਹੈ, ਉਸ ਤੋਂ ਕਾਦੀ ਦੂਰੀ ਬਣਾਣੀ? ਇਹ ਸਮਾਜ ਦੇ ਵਿੱਚ ਜਿਹੜਾ ਬੀਜ ਆਪਾਂ ਨੇ ਬੋਇਆ ਹੋਇਆ ਹੈ, ਜਿਹੜੀ ਬੋਨ ਆਫ ਕੰਟੈਂਸ਼ਨ ਆਪਾਂ ਨੇ ਕ੍ਰੀਏਟ ਕੀਤੀ ਹੋਈ ਹੈ, ਇਹਨਾਂ ਨੂੰ ਹਟਾਉਣ ਦੀ ਲੋੜ ਹੈ। ਇਹ ਜਿਹੜੀ ਜਯੰਤੀਆਂ ਹਨ, ਇਹ ਜਿਹੜੇ ਸਮਾਗਮ ਹਨ, ਇਹ ਭਾਈ ਆਪਾਂ ਨੇ ਉਹਨੂੰ ਯਾਦ ਕਰਨ ਵਾਸਤੇ ਲਗਾਉਣਾ ਹੈ, ਉਹਨਾਂ ਦੀ ਬਾਣੀ ਨੂੰ ਅੱਗੇ ਲੈ ਕੇ ਜਾਣਾ ਹੈ। ਕੋਈ ਰਿਚੁਅਲ ਜਾਂ ਕੋਈ ਕਲਚਰ ਕ੍ਰੀਏਟ ਨਹੀਂ ਕਰਨਾ ਹੈ। ਐਜ਼ ਆਈ ਸੈਡ ਕਿ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਚੌਵਰਣੋਂ ਕੋ ਸਾਂਝਾ ਹੈ, ਆਪਾਂ ਨੇ ਕਿਸੇ ਇੱਕ ਦੇ ਵਿੱਚ ਰੈਸਟ੍ਰਿਕਟ ਨਹੀਂ ਕਰਨਾ ਹੈ। ਤੇ ਗੁਰੂ ਰਵਿਦਾਸ ਜੀ ਦੀ ਜਿਹੜੀ ਬਾਣੀ ਹੈ ਉਹ ਉਹਨਾਂ ਹੀ ਬਰਾਬਰ ਹੈ ਜਿੰਨਾ ਗੁਰੂਆਂ ਦੀ ਬਾਣੀ ਹੈ। ਤੇ ਆਪਾਂ ਨੇ ਭਾਈ ਬਾਣੀਆਂ ਨੂੰ ਅਮਲ ਦੇ ਉੱਤੇ ਲਾਣਾ ਹੈ। ਆਪਾਂ ਨੇ ਨਾ ਕਿਸੇ ਦੀ ਵੇਖਣੀ ਹੈ ਜਾਤ, ਨਾ ਕਿਸੇ ਦਾ ਦੇਖਣਾ ਹੈ ਧਰਮ। ਆਪਾਂ ਨੇ ਅਗਰ ਕੋਈ ਚੀਜ਼ ਕਿਸੇ ਦੀ ਦੇਖਣੀ ਹੈ ਤਾਂ ਉਹ ਪ੍ਰੇਮ ਔਰ ਪਿਆਰ ਵੇਖਣਾ ਹੈ ਤੇ ਪ੍ਰੇਮ ਔਰ ਪਿਆਰ ਹੀ ਫੈਲਾਣਾ ਹੈ। ਦੇਖੋ ਆਪਾਂ ਦੁਨੀਆ ਨੂੰ ਨਹੀਂ ਬਦਲ ਸਕਦੇ, ਆਪਾਂ ਸਿਰਫ ਆਪਣੇ ਆਪ ਨੂੰ ਬਦਲ ਸਕਦੇ ਹਾਂ। ਜੇ ਹਰ ਇਨਸਾਨ ਆਪਣੇ ਆਪ ਨੂੰ ਬਦਲ ਸਕਦਾ ਹੈ ਤਾਂ ਭਾਈ ਉਹ ਪੂਰੀ ਦੁਨੀਆ ਨੂੰ ਬਦਲ ਸਕਦਾ ਹੈ। ਆਪਣੇ ਆਪ ਤੋਂ ਸ਼ੁਰੂਆਤ ਕਰੀਏ। ਗੁਰੂਆਂ ਨੇ ਸਾਨੂੰ ਇੰਨਾ ਸਮਝਾਉਣ ਦੀ ਕੋਸ਼ਿਸ਼ ਕੀਤੀ। ਗੁਰੂਆਂ ਨੇ ਕਦੇ ਸਾਨੂੰ ਇਹ ਨਹੀਂ
ਕਿਹਾ ਕਿ ਤੁਸੀਂ ਆਪਣੀ ਇਹ ਜਿਹੜੀਆਂ ਚੀਜ਼ਾਂ ਹਨ ਇਹਨਾਂ ਨੂੰ ਬਦਲ ਕੇ ਰੱਖ ਦਿਓ। ਉਹਨਾਂ ਨੇ ਕਿਹਾ ਕਿ ਭਾਈ ਆਪਣੇ ਆਪ ਨੂੰ ਬਦਲੋ, ਜਿਹੜਾ ਸਿਸਟਮ ਹੈ ਉਹ ਆਪਣੇ ਆਪ ਬਦਲ ਜਾਊਗਾ। ਰਾਮ ਨਾਮ ਦੇ ਵਿੱਚ ਲੱਗਣਾ ਹੈ, ਉਸ ਸ਼ਬਦ ਦੀ ਕਮਾਈ ਕਰਨੀ ਹੈ। ਉਹ ਸ਼ਬਦ ਸਾਰਿਆਂ ਨੂੰ ਸਾਂਝਾ ਹੈ। ਆਖਰੀ ਦੇ ਵਿੱਚ ਸਾਡੇ ਕੋਲ ਕੀ ਜਾਵੇਗਾ? ਉਹ ਨਾਮ ਜਾਵੇਗਾ। ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਇਸ ਜਗ੍ਹਾ ਤੋਂ ਚਲੇ ਗਏ, ਲੇਕਿਨ ਨਾਮ ਇੱਥੇ ਹੀ ਰਹੂਗਾ। ਸਾਰਿਆਂ ਨੇ ਚਲੇ ਜਾਣਾ ਹੈ। ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਨਾਮ ਰਿਓ ਸਾਧੂ ਰਿਓ ਗੁਰੂ ਗੋਬਿੰਦ। ਇੱਥੇ ਕੀ ਰਹੂਗਾ? ਉਹ ਨਾਮ ਰਹੂਗਾ। ਉਸ ਗੋਬਿੰਦ ਦੀ ਗਾਥਾ ਰਹੇਗੀ, ਉਹ ਪਰਮਾਤਮਾ ਦਾ ਨਾਮ ਰਹੂਗਾ ਔਰ ਸਾਰਾ ਕੁਝ ਇੱਥੇ ਰਹਿ ਜਾਵੇਗਾ। ਤਾਂ ਨੀਂਵ ਕਿਸ ਚੀਜ਼ ਦੀ ਰੱਖਣੀ ਹੈ? ਉਸ ਪਿਆਰ ਦੀ ਰੱਖਣੀ ਹੈ। ਜੇ ਆਪਾਂ ਉਸ ਪਿਆਰ ਦੀ ਫਾਊਂਡੇਸ਼ਨ ਰੱਖਾਂਗੇ ਤਾਂ ਭਾਈ ਆਪਾਂ ਉਸ ਮਾਲਕ ਦੇ ਕਰੀਬ ਪਹੁੰਚ ਜਾਵਾਂਗੇ। ਜੇ ਆਪਾਂ ਨਫ਼ਰਤ ਦੀ ਨੀਂਵ ਰੱਖਾਂਗੇ ਤਾਂ ਉਸ ਚੀਜ਼ ਤੋਂ ਆਪਾਂ ਦੂਰ ਹੋ ਜਾਵਾਂਗੇ। ਤਾਂ ਭਾਈ ਆਪਾਂ ਭਾਗਾ ਵਾਲੇ ਹਨ ਕਿ ਸਾਨੂੰ ਗੁਰੂ ਮਿਲੇ ਹਨ, ਨਾਮ ਦੇ ਨਾਲ ਜੁੜੇ ਹੋਏ ਹਨ। ਸਾਨੂੰ ਕਦਰ ਕਰਨੀ ਹੈ। ਬਾਣੀਆਂ ਨੂੰ ਪੜ੍ਹਨਾ ਹੈ, ਸਿਰਫ ਪੜ੍ਹਨਾ ਨਹੀਂ ਹੈ, ਅਮਲ ਦੇ ਉੱਤੇ ਵੀ ਲਾਣਾ ਹੈ। ਜਿਸ ਦੀ ਵੀ ਮਰਜ਼ੀ ਹੋਵੇ ਉਸ ਦੀ ਬਾਣਾ ਆਪਾਂ ਪੜ੍ਹੀਏ, ਲੇਕਿਨ ਪਿਆਰ ਦੇ ਵਿੱਚ ਆ ਕੇ। ਕਿਸੇ ਦਾ ਅਪਮਾਨ ਨਹੀਂ ਕਰਨਾ ਹੈ, ਕਿਸੇ ਨੂੰ ਮਾੜਾ ਨਹੀਂ ਬੋਲਣਾ ਹੈ, ਪਿਆਰ ਦੇ ਵਿੱਚ ਰਹਿਣਾ ਹੈ। ਪਿਆਰ ਦੇ ਵਿੱਚ ਰਵਾਂਗੇ, ਉਸ ਮਾਲਿਕ ਦੀ ਗਾਥਾ ਗਾਵਾਂਗੇ, ਉਸ ਮਾਲਿਕ ਦਾ ਭਜਨ ਸਿਮਰਨ ਕਰਾਂਗੇ। ਉਹ ਸਾਡਾ ਪਰਮਾਰਥ ਵੀ ਬਣਾਵੇਗਾ, ਉਹ ਸਾਡਾ ਸਵਾਰਥ ਵੀ ਬਣਾਵੇਗਾ, ਲੇਕਿਨ ਹੋਵੇਗਾ ਸਾਡੀ ਕਰਨੀ ਦੇ ਨਾਲ। ਤਾਂ ਇਹੀ ਬੇਨਤੀ ਹੈ ਕਿ ਆਪਾਂ ਨੇ ਉਸ ਪਰਮਾਤਮਾ ਦੇ ਲਾਗੇ ਲੱਗਣਾ ਹੈ, ਉਸ ਦਾ ਧਿਆਨ ਕਰਦੇ ਹੋਏ ਅੱਗੇ ਵਧਣਾ ਹੈ। ਪਿਆਰ ਵਿੱਚ ਰਹੀਏ ਤੇ ਆਪਣੇ ਆਪ ਨੂੰ ਗੁਰੂਆਂ ਦੀ ਬਾਣੀ ਦੇ ਨਾਲ जोड़ के रखिए जी। ऊंचे मंदिर सुंदर नारी, ऊंचे मंदिर सुंदर नारी, राम नाम बिन बाजी हारी। मेरी जात कमीनी पात कमीनी, ओछा जन्म हमारा, तुम शरणागति राजा रामचंद्र कह रविदास चमारा।